ਸੋ ਆਈ ਹੋਈ ਸਾਰੀ ਸੰਗਤ ਨੂੰ ਪਾਸਟਰ ਗੁਰਚਰਨ ਸਿੰਘ ਦੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ ਪ੍ਰਵਾਨ ਕਰਨਾ ਜੀ। ਤੁਹਾਨੂੰ ਸਭ ਨੂੰ ਜੈ ਮਸੀਹ। ਅੱਜ ਦਾ ਜਿਹੜਾ ਵਚਨ ਹੈ ਉਹ ਬੜਾ ਖਾਸ ਹੈ। ਜਿਹੜੇ ਵਚਨ ਨੂੰ ਸੁਣ ਕੇ ਅਮਲ ਕਰਨਗੇ ਉਹ ਸਿੱਧੇ ਹੀ ਸਵਰਗ 'ਚ ਜਾਣਗੇ ਬਿਨਾਂ ਬ੍ਰੇਕਾਂ ਤੋਂ। ਮੇਰੀ ਗੱਲ ਯਾਦ ਰੱਖਿਓ, ਸਿੱਧਾ। ਇੱਕ ਲਾਸਟ ਭਜਨ ਕਿਹੜਾ ਲਗਾਇਆ ਸੀ ਸਲੀਮ है? हालात नहीं रोक सकते मुझे यीशु की प्रस्तुति। लास्ट भजन गाया सी ना। हुण हालात रोकणगे तुहानू यीशु की प्रस्तुति करने तो की रुकोगे? बोलो केड़ा केड़ा रुकूगा? वचन कहता हालात नहीं रोक सकते मुझे यीशु की प्रस्तुति। हुण हालात रोकणगे तुहानू मेरे प्यारिओ। ਜਿਹੜੇ ਜਿਹੜੇ ਯीशु ਦੇ ਲੜ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਦੂਜੀ ਸਲੀਬ ਮੌਤ ਆਣ ਜਾ ਰਹੀ ਹੈ। ਹਾਲੇਲੂਇਆ। ਪਰ ਘਬਰਾਉਣਾ ਨਹੀਂ। ਜਿਹੜੇ ਘਬਰਾ ਕੇ ਉਹ ਪਿੱਛੇ ਹਟ ਜਾਣਗੇ ਉਹ ਦੁੱਖਾਂ ਦੇ ਭਾਗੀ ਬਣ ਜਾਣਗੇ। ਜਿਹੜੇ ਅੜੇ ਤੇ ਖੜੇ ਰਹਿਣਗੇ ਉਹ ਹਮੇਸ਼ਾ ਲਈ ਉੱਚੇ ਕੀਤੇ ਜਾਣਗੇ ਯीशु ਦੇ ਨਾਮ ਦੇ ਵਿੱਚ। ਹਾਲੇਲੂਇਆ। ਆ ਦੇਖਦੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਕਿੱਦਾਂ ਕਿੱਦਾਂ ਦੀਆਂ ਵਾਇਰਲ ਹੋ ਰਹੀਆਂ ਨੇ ਵੀਡੀਓ। ਲੋਕ ਮਸੀਹਾਂ ਨੂੰ ਮਾਰਨ ਲੱਗੇ ਹੋਏ ਨੇ। ਕੋਈ ਕੁੱਟ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਕਿਉਂ? ਉਹਨਾਂ ਦੀ ਵਰਡਿੰਗ ਹੈ ਕਿ ਤੁਸੀਂ ਧਰਮ ਪਰਿਵਰਤਨ ਕਰਦੇ ਹੋ। ਧਰਮ ਕੋਈ ਕੱਪੜੇ ਥੋੜੀ ਨੇ ਵੀ ਜਿਹੜੇ ਉਤਾਰ ਕੇ ਤੈਨੂੰ ਪਵਾ ਦੇ ਤੇ ਤੇਰਾ ਧਰਮ ਪਰਿਵਰਤਨ ਹੋ ਗਿਆ। ਪੜ੍ਹ ਲਓ ਜਿਹੜਾ ਮਰਜੀ ਵੇਦ, ਪੜ੍ਹ ਲਓ ਜਿਹੜਾ ਮਰਜੀ ਗ੍ਰੰਥ ਪੜ੍ਹ ਲਓ ਜਿਹਦੇ ਵਿੱਚ ਯीशु ਦਾ ਉਚਾਰਨ ਨਹੀਂ ਕੀਤਾ ਗਿਆ। ਅਸੀਂ ਕੋਈ ਵੱਖਰੀ ਦੁਨੀਆ ਦੇ ਦੇਵਤੇ ਨੂੰ ਨਹੀਂ ਮੰਨਦੇ ਜਿਹਨੂੰ ਕੋਈ ਦੁਨੀਆ ਜਾਣਦੀ ਨਹੀਂ ਆ। ਪਰ ਹਾਂ ਸਿਆਣੇ ਕਹਿੰਦੇ ਨੇ ਸੱਚਾਈ ਕੜਵੀ ਹੁੰਦੀ ਹੈ। ਜਦੋਂ ਯीशु ਦਾ ਨਾਮ ਲੈਣਾ ਤਾਂ ਫਿਰ ਉਹ ਜਰ ਨਹੀਂ ਸਕਦੇ ਕਿਉਂਕਿ ਉਹ ਸ਼ੈਤਾਨ ਦੇ ਪੁਜਾਰੀ ਨੇ। ਮੈਂ ਦੇਖ ਰਿਹਾ ਸੀ ਇੱਕ ਭੈਣ ਪਾਸਟਰ ਨੂੰ ਕੁੱਟਣ ਲੱਗੀ ਹੋਈ ਹੈ ਔਰ ਪਾਸਟਰ ਸੱਚ ਦਾ ਪ੍ਰਚਾਰ ਕਰ ਰਿਹਾ ਸੀ ਕਿ ਤੁਸੀਂ ਯीशु ਨੂੰ ਜਾਣੋ ਤੇ ਆਪਣੀ ਮੁਕਤੀ ਨੂੰ ਪ੍ਰਾਪਤ ਕਰੋ। ਤੇ ਉਹ ਭੈਣ ਉਹਦੇ ਚਪੇੜਾਂ ਲੱਗੀ ਹੋਈ ਹੈ ਮਾਰਨ। ਉਹ ਕੀ ਕਰ ਰਿਹਾ ਸੀ? ਉਹਨੇ ਇੱਕ ਗੱਲ ਤੇ ਚਪੇੜ ਮਾਰੀ, ਉਹਨੇ ਦੂਜੀ ਵੀ ਅੱਗੇ ਕਰ ਲਈ। ਕੀ ਲੈ ਭੈਣ ਤੂੰ ਇਹ ਤੇ ਮਾਰ। ਔਰ ਜਿਹੜੀ ਚਪੇੜਾ ਮਾਰ ਰਹੀ ਹੈ ਉਹ ਪੂਰੇ ਕ੍ਰੋਧ ਵਿੱਚ ਹੈ ਔਰ ਜਿਹੜਾ ਚਪੇੜਾ ਖਾ ਰਿਹਾ ਉਹ ਪੂਰੀ ਖੁਸ਼ੀ ਦੇ ਵਿੱਚ ਹੈ। ਸਮਝ ਰਹੇ ਮੇਰੀ ਗੱਲ? ਜਦਕਿ ਉਲਟ ਹੋਣਾ ਚਾਹੀਦਾ ਸੀ। ਖਾਣ ਵਾਲੇ ਨੂੰ ਕ੍ਰੋਧਿਤ ਹੋਣਾ ਚਾਹੀਦਾ ਸੀ ਤੇ ਮਾਰ ਦੇਣ ਵਾਲੇ ਨੂੰ ਆਨੰਦਿਤ ਹੋਣਾ ਚਾਹੀਦਾ ਸੀ। ਉਹ ਉਲਟ ਹੋ ਰਿਹਾ ਹੈ। ਉਹ ਗੁੱਸੇ ਦੇ ਵਿੱਚ ਭਰ ਕੇ ਉਹਦੇ ਚਪੇੜਾ ਮਾਰ ਰਹੀ ਹੈ ਲੇਕਿਨ ਉਹ ਪਿਆਰ ਦੇ ਨਾਲ ਹੱਸਦਾ ਹੱਸਦਾ ਉਦੋਂ ਚਪੇੜੇ ਖਾ ਰਿਹਾ। ਕਿਉਂ? ਬਾਈਬਲ ਦੇ ਵਿੱਚ ਲਿਖਿਆ ਗਿਆ ਕਹਿੰਦਾ ਜਦੋਂ ਤੈਨੂੰ ਮੇਰੇ ਕਾਰਨ ਲੋਕ ਸਤਾਉਣਗੇ ਤਾਂ ਸਮਝ ਲਈ ਤੇਰਾ ਨਾਮ ਸਵਰਗ ਦੇ ਵਿੱਚ ਲਿਖਿਆ ਗਿਆ। ਆਮੀਨ। ਹਾਲੇਲੂਇਆ। ਉਹ ਇਸ ਗੱਲ ਤੋਂ ਆਨੰਦਿਤ ਹੈ ਕਿ ਮੈਨੂੰ ਮਾਰ ਯीशु ਦੇ ਕਰਕੇ ਪੈ ਰਹੀ ਹੈ। ਮੈਨੂੰ ਮਾਰ ਯीशु ਦੇ ਕਰਕੇ ਪੈ ਰਹੀ ਹੈ। ਜੇ ਮੈਂ ਯीशु ਨੂੰ ਆਪਣਾ ਉद्धार ਕਰਤਾ, ਮੁਕਤੀ ਕਰਤਾ ਜਾਣਿਆ ਤਾਂ ਇਹ ਲੋਕ ਮੇਰੇ ਵਿਰੁੱਧ ਹੋਏ ਨੇ। ਉਦੋਂ ਪਹਿਲਾਂ ਕਿਉਂ ਨਹੀਂ ਮਾਰਿਆ? ਇਨਸਾਨ ਤਾਂ ਉਹੀ ਸੀ ਲੇਕਿਨ ਉਹਨੇ ਵਚਨ ਯਾਦ ਕੀਤਾ ਵੀ ਜਿਹੜੇ ਮੇਰੇ ਕਾਰਨ ਸਤਾਏ ਜਾਣਗੇ ਸਵਰਗ ਦੇ ਭਾਗੀ ਉਹੀ ਹੋਣਗੇ। ਵੀ ਦੇਖ ਅੱਜ ਮੇਰਾ ਸਤਾ ਹੋ ਗਿਆ, ਮੈਂ ਸਵਰਗ ਤੇ ਚਲਾ ਗਿਆ। ਉਹ ਇਹਨੇ ਜਿਹੜੀ ਨੇ ਮੈਨੂੰ ਕ੍ਰੋਧਿਤ ਹੋ ਕੇ ਮੈਨੂੰ ਮਾਰਿਆ ਇਹਦਾ ਪਤਾ ਨਹੀਂ ਕੀ ਬਣੂ। ਹਾਲੇਲੂਇਆ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ ਕਿਸੇ ਨਾ ਤੇਰੀ। ਫਿਰ ਪੁੱਛੂਗਾ ਤੁਹਾਨੂੰ ਉੱਥੇ ਵੀ ਤੁਸੀਂ ਕਿਹਨੂੰ ਮੰਨਦੇ ਸੀ ਜਾਂ ਕੀ ਕਰਦੇ ਸੀ, ਕੀ ਨਹੀਂ ਕਰਦੇ ਸੀ। ਅੱਜ ਕਿਉਂ ਸਾਡੇ ਇਸ ਧਰਤੀ ਦੇ ਉੱਤੇ 4 ਰਿਲੀਜਨ ਬਣੇ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ। ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਲੇਕਿਨ ਇੱਕ ਆ ਦੋ ਹਰੇਕ ਰਿਲੀਜਨ ਦੇ ਵਿੱਚ ਜਿਹੜੇ ਅਨਪੜ੍ਹ ਲੋਕ ਹੋਣਗੇ ਉਹੀ ਜ਼ਿਆਦਾ ਖਲਾਰਾ ਪਾਉਂਦੇ ਨੇ।
ਜਿਹਨੇ ਆਪਣੇ ਗ੍ਰੰਥ ਨੂੰ ਚੰਗੀ ਤਰ੍ਹਾਂ ਰੀਡ ਕੀਤਾ ਹੁੰਦਾ, ਜਿਹਨੇ ਆਪਣੇ ਗ੍ਰੰਥ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ, ਉਹ ਕਦੇ ਵੀ ਕਿਸੇ ਦੇ ਵੱਲ ਉਂਗਲੀ ਨਹੀਂ ਉਠਾਉਂਦਾ। ਕਿਉਂ? ਕਿਉਂਕਿ ਉਹਨੂੰ ਪਤਾ ਵੀ 3 ਉਂਗਲਾਂ ਮੇਰੇ ਵੱਲ ਵੀ ਜਾਣਗੀਆਂ। ਹਾਲੇਲੂਇਆ। ਕਿਉਂਕਿ ਉਹਨੂੰ ਪਤਾ ਵੀ 3 ਉਂਗਲੀਆਂ ਮੇਰੇ ਵੱਲ ਵੀ ਆਉਂਦੀਆਂ ਨੇ। ਜੇ ਮੈਂ ਚੰਗਾ ਨਹੀਂ ਤਾਂ ਬੁਰਾ ਵੀ ਇਸ ਧਰਤੀ ਦੇ ਉੱਤੇ ਕੋਈ ਨਹੀਂ। ਹੁਣ ਇਸ ਜਗ੍ਹਾ ਤੇ ਲਿਖਿਆ ਗਿਆ, ਹਰੇਕ ਗ੍ਰੰਥ ਦੇ ਵਿੱਚ, ਹਰੇਕ ਬਾਈਬਲ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਲਿਖਿਆ ਗਿਆ। ਪਵਿੱਤਰ ਬਾਈਬਲ ਦੇ ਵਿੱਚ ਸਭ ਤੋਂ ਪਹਿਲਾਂ ਆਤਮਾ ਦਾ ਫਲ ਕੀ ਹੈ? ਆਤਮਾ ਦਾ ਪਹਿਲਾ ਫਲ ਪ੍ਰੇਮ ਹੈ। ਜਿਹਨੂੰ ਪ੍ਰੇਮ ਦੇ ਨਾਲ ਰਹਿਣਾ ਆ ਗਿਆ, ਉਹਨੂੰ ਰੱਬ ਦੇ ਨਾਲ ਰਹਿਣਾ ਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਜਿਨ ਪ੍ਰੇਮ ਕੀਆ ਤਿਨ ਹੀ ਪ੍ਰਭ ਆਇਆ। ਜਿਹਨੇ ਪ੍ਰੇਮ ਹੀ ਨਹੀਂ ਕੀਤਾ, ਉਹਨੇ ਪ੍ਰਭੂ ਨੂੰ ਕਦੇ ਨਹੀਂ ਪਾਇਆ। ਉਹ ਫਿਰ ਮੈਂ ਉਸ ਭੈਣ ਨੂੰ ਪੁੱਛਣਾ ਚਾਹੁੰਦਾ ਜਿਹੜੀ ਥੱਪੜ ਮਾਰ ਰਹੀ ਹੈ, ਵੀ ਤੇਰੇ ਅੰਦਰ ਕਿਹੜਾ ਪ੍ਰੇਮ ਹੈ? ਮੈਨੂੰ ਖੁੱਲ ਕੇ ਤਾਂ ਦੱਸ ਦੇ ਵੀ ਕਿਹੜੇ ਰੱਬ ਦੀ ਤੂੰ ਪੂਜਾ ਕਰਦੇ ਆ ਜਿਹਨੇ ਤੈਨੂੰ ਇਨਸਾਨ ਤੇ ਹੱਥ ਚੱਕਣਾ ਸਿਖਾਤਾ। ਅਸੀਂ ਕਿਹਦੇ ਉੱਤੇ ਹੋ ਕਰਦੇ ਆ? ਕ੍ਰੋਧਿਤ ਹੁੰਨੇ ਆ। ਅੱਜ ਸਾਡੇ ਮਸੀਹ ਲੋਕ ਜਾਂਦੇ ਨੇ ਪਰਮੇਸ਼ਰ ਦਾ ਸੁਸਮਾਚਾਰ ਲੈ ਕੇ, ਉਹਨਾਂ ਨੂੰ ਰਾਸਤੇ ਵਿੱਚ ਰੋਕਿਆ ਜਾਂਦਾ, ਉਹਨਾਂ ਨੂੰ ਕੁੱਟਿਆ ਜਾਂਦਾ, ਉਹਨਾਂ ਨੂੰ ਭਜਾਇਆ ਜਾਂਦਾ। ਉਹਨੂੰ ਕਿਉਂ? ਕਿਉਂਕਿ ਉਹ ਬਾਈਬਲ ਦੇ ਅਕੋਰਡਿੰਗ ਲੜਨਾ ਜਾਣਦੇ ਨੇ। ਲੜਨਾ ਉਹ ਜਾਣਦੇ ਨੇ, ਭੁੱਲੇ ਨਹੀਂ। ਪਰ ਉਹਨਾਂ ਨੇ ਆਪਣਾ ਜੀਵਨ ਬਦਲ ਲਿਆ। ਜਿਵੇਂ ਪਰਮੇਸ਼ਰ ਦਾ ਵਚਨ ਕਹਿੰਦਾ ਸੀ, ਉਹਨਾਂ ਨੇ ਉਹ ਚੱਲਣਾ ਬੰਦ ਕਰ ਦਿੱਤਾ। ਕਿ ਸਾਡੇ ਮਸੀਹਾਂ ਨੂੰ ਲੜਨਾ ਨਹੀਂ ਆਉਂਦਾ? ਕਿ ਉਹ ਨਹੀਂ ਕਿਸੇ ਦੇ ਚਪੇੜਾ ਲਾ ਸਕਦੇ? ਰੋਡ ਤੇ ਖੜੇ ਹੋ ਕੇ ਕਰ ਸਕਦੇ ਨੇ, ਪਰ ਉਹਨਾਂ ਨੂੰ ਉਹਨਾਂ ਦੇ ਹੱਥ ਬੰਨ ਦਿੱਤੇ ਨੇ ਯਿਸੂ ਮਸੀਹ ਨੇ, ਵੀ ਫੇਰ ਤੇਰੇ ਵਿੱਚ ਤੇ ਉਹਨਾਂ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ। ਮੇਰੇ ਪਿਆਰਿਓ, ਮੈਂ ਉਹਨਾਂ ਲੋਕਾਂ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਜਿਹੜੇ ਮਸੀਹਾਂ ਦੇ ਉੱਤੇ ਅਤਿਆਚਾਰ ਕਰ ਰਹੇ ਨੇ। ਜਾਂ ਤਾਂ ਫਿਰ ਤੁਸੀਂ ਹਜੇ ਤੱਕ ਕੋਈ ਗ੍ਰੰਥ ਨਹੀਂ ਪੜ੍ਹਿਆ, ਜਾਂ ਫਿਰ ਤੁਹਾਨੂੰ ਹਜੇ ਤੱਕ ਰੱਬ ਦੀ ਸਮਝ ਨਹੀਂ ਆਈ ਵੀ ਰੱਬ ਹੈ ਕੀ। ਕਿ ਤੁਹਾਨੂੰ ਕਿਸੇ ਵੱਖਰੇ ਰੱਬ ਨੇ ਬਣਾ ਦਿੱਤਾ ਵੀ ਜਿਹਨੇ ਸਾਨੂੰ ਨਹੀਂ ਬਣਾਇਆ। ਤੁਸੀਂ ਪੈਟਰੋਲ ਤੇ ਚੱਲਦੇ ਹੋ ਵੀ ਜਿਹੜੇ ਅਸੀਂ ਸਾਹ ਲੈ ਲੈ ਕੇ ਜੀਨੇ ਆ, ਜਾਂ ਤੁਹਾਡੇ ਅੰਦਰ ਵੱਖਰੇ ਤਰ੍ਹਾਂ ਦਾ ਖੂਨ ਆ ਵੀ ਜਿਹੜਾ ਸਾਡੇ ਅੰਦਰ ਨਹੀਂ ਹੈ। ਅਸੀਂ ਲੋਕਾਂ ਨੂੰ ਲੁੱਟ ਕੇ ਖਾ ਕੇ ਅਸੀਂ ਕਹਿੰਦੇ ਨੇ ਅਸੀਂ ਧਰਮ ਦੇ ਪੁਜਾਰੀ। ਉਹ ਕਿਹੜੇ ਧਰਮ ਦੇ ਪੁਜਾਰੀਆਂ ਅਸੀਂ? ਸਾਡੀਆਂ ਜ਼ੁਬਾਨਾਂ ਹੀ ਦੱਸ ਦਿੰਦੀਆਂ ਨੇ ਵੀ ਸਾਡੇ ਅੰਦਰ ਕੀ ਹੈ। ਬਾਈਬਲ ਬਿਆਨ ਕਰਦਾ ਹੈ, ਮਨੁੱਖ ਦੇ ਜੋ ਅੰਦਰ ਹੁੰਦਾ ਉਹ ਜ਼ੁਬਾਨ ਤੇ ਹੁੰਦਾ। ਜੇ ਉਹਨਾਂ ਦੇ ਅੰਦਰ ਕੜੱਤਣ ਭਰੀ ਹੋਈ ਹੈ ਤਾਂ ਉਹਨਾਂ ਦੇ ਹੱਥ ਉੱਠਦੇ ਨੇ। ਜੇ ਮਸੀਹਾਂ ਦੇ ਅੰਦਰ ਪ੍ਰੇਮ ਭਰਿਆ ਹੋਇਆ, ਉਹ ਤਾਂ ਦੂਜੀ ਗੱਲ ਅੱਗੇ ਕਰਦੇ ਨੇ ਵੀ ਲੈ ਹੁਣੀ ਤੂੰ ਵੀ ਮਾਰ ਲੈ। ਉਹਦੀ ਗਰਦਨ ਫੜੀ ਹੋਈ ਹੈ ਪਾਸਟਰ ਦੀ, ਲੇਕਿਨ ਉਹ ਫਿਰ ਵੀ ਮੁਸਕਰਾ ਰਿਹਾ। ਇਹਨੂੰ ਕਹਿੰਦੇ ਨੇ ਅਸਲੀ ਮਸੀਹਤ। ਇਹਨੂੰ ਕਹਿੰਦੇ ਨੇ ਉਹਦੇ ਅੰਦਰ ਪ੍ਰੇਮ ਹੈ। ਇਹਨੂੰ ਕਹਿੰਦੇ ਨੇ ਕਿ ਉਹਦੇ ਅੰਦਰ ਪਹਿਲਾ ਫਲ ਲੱਗ ਚੁੱਕਿਆ ਪ੍ਰੇਮ ਦਾ। ਜਦੋਂ ਅਸੀਂ ਏਦਾਂ ਦੀ ਹਰਕਤ ਕਰਦੇ ਕਿਸੇ ਦੇ ਨਾਲ, ਤਾਂ ਬਾਈਬਲ ਬਿਆਨ ਕਰਦਾ ਹੈ ਕਿ ਪੇੜ ਆਪਣੇ ਫਲਾਂ ਤੋਂ ਪਹਿਚਾਣਿਆ ਜਾਂਦਾ ਹੈ। ਕਿਤੋਂ ਪਹਿਚਾਣਿਆ ਜਾਂਦਾ? ਫਲਾਂ ਤੋਂ ਪਹਿਚਾਣਿਆ ਜਾਂਦਾ। ਇਸ ਤੋਂ ਪਹਿਲਾਂ ਕਿ ਪਾਸਟਰ ਦੀ ਗਰਦਨ ਫੜਨ ਤੋਂ ਪਹਿਲਾਂ ਲੋਕਾਂ ਨੇ ਯਿਸੂ ਦੀ ਗਰਦਨ ਨੂੰ ਵੀ ਫੜਿਆ ਸੀ। ਮੇਰੀ ਗੱਲ ਯਾਦ ਰੱਖ ਲਿਓ। ਕਿਹਦੀ ਗਰਦਨ ਨੂੰ ਫੜਿਆ ਸੀ? ਯਿਸੂ ਦੀ ਗਰਦਨ ਨੂੰ ਵੀ ਫੜਿਆ ਸੀ। ਯਹੂਦੀ ਦੇ ਫਰੀਸੀ ਲੋਕਾਂ ਨੇ ਉਹਨੂੰ ਵੀ ਕਹਿੰਦੇ ਸੀ ਇਹਨੂੰ ਫੜ ਕੇ ਢਾਲੋ, ਇਹ ਪਖੰਡ ਕਰਦਾ। ਉਹ ਯਿਸੂ ਸੀ ਜਿਹਨੇ ਕਿਹਾ ਸੀ, ਜਿਹਨੇ ਮੈਨੂੰ ਦੇਖ ਲਿਆ ਉਹਨੇ ਪਰਮੇਸ਼ਰ ਨੂੰ ਦੇਖ ਲਿਆ। ਹਾਲੇਲੂਇਆ, ਹਾਲੇਲੂਇਆ, ਆਮੇਨ। ਉਹ ਯਿਸੂ ਸੀ ਜਿਹੜਾ ਕਹਿੰਦਾ ਸੀ ਜਿਹਨੇ ਮੈਨੂੰ ਦੇਖ ਲਿਆ ਉਹਨੇ ਪਰਮੇਸ਼ਰ ਨੂੰ ਦੇਖ ਲਿਆ। ਲੇਕਿਨ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ। ਉਹ ਯਿਸੂ ਨੂੰ ਫੜਿਆ ਗਿਆ, ਸਲੀਬ ਦਿੱਤੀ ਗਈ, ਉਹਨੂੰ ਮਾਰਿਆ ਗਿਆ। ਇੱਕ ਯਿਸੂ ਮਾਰਿਆ ਤਾਂ 12 ਖੜੇ ਕਰ ਗਿਆ ਸੀ ਜਾਂਦੇ ਹੋਏ। ਹਾਲੇਲੂਇਆ, ਹਾਲੇਲੂਇਆ। ਜੇ ਇੱਕ ਯਿਸੂ ਨੂੰ ਕੁਰਬਾਨੀ ਦੇਣੀ ਪੈਗੀ ਤਾਂ ਕਿੰਨੇ ਯਿਸੂ ਖੜੇ ਹੋ ਗਏ? 12। ਉਹ ਜਦੋਂ 12 ਨੂੰ ਕੁਰਬਾਨੀ ਦੇ ਦਿੱਤੀ ਗਈ ਤਾਂ 1200 ਖੜੇ ਹੋ ਗਏ। ਉਹ ਜੇ 1200 ਨੂੰ ਕੁਰਬਾਨੀ ਦੇ ਦਿੱਤਾ, ਲੱਖ ਖੜੇ ਹੋ ਜਾਣਗੇ। ਜੇ ਲੱਖ ਦੀ ਕੁਰਬਾਨੀ ਦਿੱਤੀ, ਪੂਰੀ ਦੁਨੀਆ ਯਿਸੂ ਦੇ ਨਾਮ 'ਚ ਹੋ ਜੂਗੀ। ਹਾਲੇਲੂਇਆ।
ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜੇ ਮੇਰੇ ਪਿੱਛੇ ਆਉਣਾ ਚਾਹਣ ਉਹ ਸਲੀਬ ਚੁੱਕ ਕੇ ਆਉਣ, ਉਹ ਡਰਦੇ ਆਤਮਾ ਦੇ ਨਾਲ ਨਾ ਆਉਣ। ਕਿਉਂ? ਸਾਨੂੰ ਪਰਮੇਸ਼ਰ ਨੇ ਦਲੇਰੀ ਦਾ ਆਤਮਾ ਦਿੱਤਾ। ਗਰਜ ਕੇ ਕਿਹਾ ਕਰੋ ਕਿ ਮੈਂ ਮਸੀਹਾ, ਮੈਂ ਯਿਸੂ ਨੂੰ ਮੰਨਦਾ ਹਾਂ। ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜੇ ਧਰਤੀ ਦੇ ਉੱਤੇ ਮੇਰਾ ਇਨਕਾਰ ਕਰਨਗੇ, ਮੈਂ ਸਵਰਗ ਦੇ ਵਿੱਚ ਵੀ ਉਹਨਾਂ ਦਾ ਇਨਕਾਰ ਕਰ ਦੂੰਗਾ ਕਿ ਮੈਂ ਨਹੀਂ ਇਹਨਾਂ ਨੂੰ ਜਾਣਦਾ। ਜਿਹੜੇ ਧਰਤੀ ਦੇ ਉੱਤੇ ਮੇਰਾ ਇਕਰਾਰ ਕਰਨਗੇ ਕਿ ਮੈਂ ਯਿਸੂ ਦਾ ਪੁੱਤਰ ਹਾਂ, ਸਵਰਗ ਦੇ ਵਿੱਚ ਮੈਂ ਪਹਿਲਾਂ ਉਹਨਾਂ ਨੂੰ ਗਲੇ ਲਾਉਂਗਾ ਜਿਨ੍ਹਾਂ ਨੇ ਧਰਤੀ ਦੇ ਉੱਤੇ ਮੇਰਾ ਨਾਮ ਉੱਚਾ ਕੀਤਾ। ਫਿਰ ਵਚਨ ਕੀ ਕਹਿ ਰਿਹਾ? ਕਹਿੰਦਾ ਤੁਸੀਂ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰਦੇ ਨੇ, ਤੁਸੀਂ ਉਸ ਤੋਂ ਡਰੋ ਜਿਹੜਾ ਇਸ ਸਰੀਰ ਨੂੰ ਮਾਰ ਕੇ ਨਰਕ ਵਿੱਚ ਸੁੱਟਣ ਦਾ ਇਖਤਿਆਰ ਰੱਖਦਾ ਹੈ। ਹਾਲੇਲੂਇਆ। ਉਹਦਾ ਨਾਮ ਹੈ ਯਿਸੂ ਮਸੀਹ। ਹਾਲੇਲੂਇਆ। ਜੇ ਉਸ ਭੈਣ ਨੂੰ ਪੁੱਛਿਆ ਜਾਂਦਾ ਕਿ ਤੇਰੇ ਅੰਦਰ ਕਿਹੜੇ ਪਰਮੇਸ਼ਰ ਦਾ ਡਰ ਹੈ, ਕਿਹਨੇ ਤੈਨੂੰ ਇਖਤਿਆਰ ਦੇ ਦਿੱਤਾ ਇੱਕ ਬੰਦੇ ਦੇ ਉੱਤੇ ਹੱਥ ਚੁੱਕਣ ਦਾ? ਤੇਰੇ ਰਿਲੀਜਨ 'ਚ ਕਿੱਥੇ ਲਿਖਿਆ ਹੈ? ਮੈਨੂੰ ਦੱਸ ਤਾਂ ਸਹੀ ਜਰਾ। ਕਿਹੜਾ ਰੱਬ ਆ ਜਿਹੜਾ ਸਾਨੂੰ ਇੱਕ ਦੂਜੇ ਨੂੰ ਮਾਰਨਾ ਸਿਖਾਉਂਦਾ? ਹਰੇਕ ਗ੍ਰੰਥ ਦੇ ਵਿੱਚ ਲਿਖਿਆ ਗਿਆ, ਹਰੇਕ ਬਾਈਬਲ ਦੇ ਵਿੱਚ, ਕੁਰਾਨ ਦੇ ਵਿੱਚ ਕਿ ਤੁਸੀਂ ਪ੍ਰੇਮ ਕਰੋ ਇੱਕ ਦੂਜੇ ਦੇ ਨਾਲ। ਕਿਉਂ? ਕਿਉਂਕਿ ਸਾਨੂੰ ਪਰਮੇਸ਼ਰ ਨੇ ਆਪਣੇ ਸਰੂਪ ਤੇ ਜੋ ਬਣਾਇਆ। ਸਾਡੇ ਅੰਦਰ ਪ੍ਰੇਮ ਕਿੱਥੇ ਹੈ? ਸਾਡੇ ਅੰਦਰ ਅੱਜ ਵੀ ਅਸੀਂ ਕ੍ਰੋਧ ਨਾਲ ਭਰੇ ਹੋਏ ਹੁੰਦੇ ਆ। ਕੁੱਟ ਕੇ ਅਸੀਂ ਆਪਣੇ ਘਰ ਵਾਲਿਆਂ ਨੂੰ ਆਉਂਦੇ ਆ, ਲੜ ਕੇ ਅਸੀਂ ਆਪਣੇ ਘਰੋਂ ਆਉਂਦੇ ਆ ਕੇ ਗਰਦਨਾਂ ਅਸੀਂ ਮਸੀਹ ਲੋਕਾਂ ਦੀਆਂ ਫੜ ਲੈਂਦੇ ਆ। ਕਿਉਂ? ਕਿਉਂਕਿ ਅਸੀਂ ਬੋਲਦੇ ਨਹੀਂ ਆ। ਸਾਡੀ ਬੋਲਦੀ ਯਿਸੂ ਨੇ ਬੰਦ ਕੀਤੀ ਹੋਈ ਹੈ। ਇਹ ਨਾ ਸੋਚਿਓ ਵੀ ਸਾਨੂੰ ਮਸੀਹਾਂ ਨੂੰ ਬੋਲਣਾ ਨਹੀਂ ਆਉਂਦਾ। ਸਾਡਾ ਯਹੋਵਾ ਕਹਿੰਦਾ ਜਦੋਂ ਤੈਨੂੰ ਹਾਕਮਾਂ ਦੇ ਅੱਗੇ ਖੜਾ ਕੀਤਾ ਜਾਊਗਾ ਤੇਰੀ ਜ਼ੁਬਾਨ ਦੇ ਉੱਤੇ ਮੈਂ ਬੋਲਾਂਗਾ ਕਿ ਅਸੀਂ ਉਸ ਟਾਈਮ ਕਹਿ ਦਿੰਦੇ ਪ੍ਰਭੂ ਤੂੰ ਮੇਰੀਆਂ ਲੜਾਈਆਂ ਲੜਦਾ, ਇਹਨੂੰ ਵੀ ਲੜਾ, ਇਹਨੂੰ ਵੀ ਚੁੱਪ ਕਰਾ ਦੇ। ਉਹ ਤੈਂ ਤਾਂ ਉਹਦੀ ਗਰਦਨ ਫੜੀ ਹੈ। ਉਹ ਜਿੱਤੇ ਤੇਰੀ ਯਹੋਵਾ ਨੇ ਗਰਦਨ ਫਾਲੀ, ਉਹ ਤੇਰੀ ਗਰਦਨ ਨੂੰ ਛਡਾਊਗਾ ਕੌਣ? ਉੱਥੋਂ ਤਾਂ ਇੱਕ ਮਨੁੱਖ ਦੀ ਗਰਦਨ ਫੜ ਕੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਉਹਦੀ ਗਰਦਨ ਨੂੰ ਫਾਲਿਆ। ਮੇਰੀ ਗੱਲ ਯਾਦ ਰੱਖੀ, ਮੈਂ ਉਸ ਭੈਣ ਨੂੰ ਕਹਿਣਾ ਚਾਹੁੰਦਾ ਜਿੱਦੇ ਯਹੋਵਾ ਨੇ ਤੇਰੀ ਗਰਦਨ ਫਾਲੀ ਤਾਂ ਮੇਰੇ ਵਾਂਗੂ ਪ੍ਰਚਾਰ ਕਰੇਗੀ ਖੜ ਕੇ ਇੱਕ ਜਗ੍ਹਾ ਤੇ ਯਿਸੂ ਦਾ। ਆਮੀਨ। ਹਾਲੇਲੂਇਆ। ਮੈਂ ਵੀ ਆਪਣੇ ਆਪ ਨੂੰ ਕਹਿੰਦਾ ਸੀ ਕਿ ਯਿਸੂ ਕੋਈ ਚੀਜ਼ ਨਹੀਂ, ਇਹ ਤਾਂ ਅੰਗਰੇਜ਼ਾਂ ਦਾ ਧਰਮ ਹੈ, ਇਹਨੂੰ ਤਾਂ ਅੰਗਰੇਜ਼ ਮੰਨਦੇ ਨੇ, ਮੈਂ ਤਾਂ ਸਿੱਖਾਂ ਦਾ ਮੁੰਡਾ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੇਰੇ ਪਿਆਰਿਓ, ਸਾਡੇ ਨਾਲੋਂ ਤਾਂ ਅੰਗਰੇਜ਼ ਚੰਗੇ ਨੇ ਜਿਨ੍ਹਾਂ ਨੇ ਰੱਬ ਦੀ ਖੋਜ ਕਰ ਲਈ। ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ, ਅੱਜ ਤਾਂ ਨਕਲ ਵੀ ਨਹੀਂ ਮਾਰਨੀ ਆਉਂਦੀ। ਉਹ ਸਿਆਣੇ ਕਹਿੰਦੇ ਨੇ ਨਕਲ ਵੀ ਅਕਲ ਦੇ ਨਾਲ ਹੀ ਵੱਜਦੀ ਹੈ। ਰੱਬ ਨੇ ਮੈਨੂੰ ਚੁਣ ਲਿਆ। ਇੱਥੇ ਮੇਰੇ ਪੁਰਾਣੇ ਮਸੀਹ ਬੈਠੇ ਹੋਣੇ ਜਿਹੜੇ ਮੈਨੂੰ ਅੱਜ ਤੋਂ 10-15 ਸਾਲ ਪਹਿਲਾਂ ਜਾਣਦੇ ਸੀ, 10 ਸਾਲ ਪਹਿਲਾਂ ਜਾਣਦੇ ਸੀ। ਮੈਂ ਵੀ ਪਾਸਟਰਾਂ ਨੂੰ ਗਾਲਾਂ ਕੱਢ ਕੇ ਆਇਆ ਸੀ ਔਰ ਉਹ ਪਾਸਟਰ ਨੇ ਮੇਰੀਆਂ ਗਾਲਾਂ ਸੁਣੀਆਂ ਸੀ ਆਪਣੇ ਕੰਨਾਂ ਦੇ ਨਾਲ। ਉਹਨੇ ਉਹਦੀ ਭਵਿੱਖਬਾਣੀ ਕਰਤੀ ਸੀ, ਕਹਿੰਦਾ ਹੁਣ ਤੈਨੂੰ ਰੱਬ ਨੇ ਚੁਣ ਲਿਆ। ਉਹਨੇ ਵੀ ਗੁੱਸਾ ਨਹੀਂ ਕੀਤਾ। ਕਿਉਂ? ਕਿਉਂਕਿ ਉਹ ਆਤਮਿਕ ਸੀ, ਮੈਂ ਦੁਨਿਆਵੀ ਸੀ। ਮੇਰੇ ਅੰਦਰ ਕੜਤਨ ਸੀ, ਉਹਦੇ ਅੰਦਰ ਪ੍ਰੇਮ ਸੀ। ਉਹਨੂੰ ਉਹ ਗਾਲਾਂ ਸੁਣੀ ਗਿਆ, ਲੇਕਿਨ ਉਹਨੇ ਭਵਿੱਖਬਾਣੀ ਕੀਤੀ ਕਿ ਤੂੰ ਇੱਕ ਦਿਨ ਪਾਸਟਰ ਬਣੇਗਾ। ਆ ਖੜ ਕੇ ਮੇਰੇ ਤੋਂ ਪ੍ਰਚਾਰ ਕਰਾ ਰਿਹਾ ਆਪਣਾ ਪਰਮੇਸ਼ਵਰ। ਆਮੀਨ। ਹਾਲੇਲੂਇਆ। ਪਰ ਮੈਂ ਦੱਸਦਾ ਕਿ ਹਰ ਇੱਕ ਗੋਡਾ ਯਿਸੂ ਦੇ ਅੱਗੇ ਨਿਵੇਗਾ, ਹਰ ਇੱਕ ਗੋਡਾ। ਇਸ ਧਰਤੀ ਦੇ ਉੱਤੇ ਬਚਨ ਪੜਦੇ ਬੇਟਾ, ਜਦੋਂ ਦੂਜਾ ਇਤਿਹਾਸ ਉਹਦੀ 6 ਦੀ ਉਹਦੀ 13 ਹੈ ਤਾਂ ਹਾਲੇਲੂਇਆ। ਹਾਲੇਲੂਇਆ। ਕਿਉਂ ਜੋ ਸੁਲੇਮਾਨ ਨੇ 5 ਹੱਥ ਲੰਬਾ, 5 ਹੱਥ ਚੌੜਾ ਅਤੇ 3 ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਾ ਕੇ। ਕਿਨੇ ਬਣਾਇਆ ਪਿੱਤਲ ਦਾ ਥੜਾ? ਸੁਲੇਮਾਨ ਨੇ। ਕਿਨੇ? ਸੁਲੇਮਾਨ। ਮੇਰੀ ਗੱਲ ਯਾਦ ਰੱਖਿਓ, ਪਰਮੇਸ਼ਰ ਨੇ ਹੁਕਮ ਦਿੱਤਾ ਸੀ ਵੀ ਏਦਾਂ ਦਾ ਇੱਕ ਥੜਾ ਬਣਾ, ਇੰਨੇ ਹੱਥ ਲੰਬਾ ਤੇ ਇੰਨੇ ਹੱਥ ਚੌੜਾ, ਇੱਕ ਥੜਾ ਬਣਾ ਪਿੱਤਲ ਦਾ ਜਿਹਦੇ ਉੱਤੇ ਤੈਨੇ ਖੜਾ ਹੋਣਾ। ਕੀ ਹੋਣਾ? ਬੋਲ ਦੋ ਕੌਣ ਖੜਾ ਹੋਣਾ ਚਾਹੁੰਦਾ? ਕੋਈ ਉਸ ਪਿੱਤਲ ਦੀ ਬੇਦੀ ਦੇ ਉੱਤੇ ਜਿੱਥੇ ਯਹੋਵਾ ਨੇ ਸੁਲੇਮਾਨ ਨੂੰ ਖੜਾ ਕੀਤਾ ਸੀ। ਕੀ ਤੁਸੀਂ ਖੜਨਾ ਚਾਹੁੰਦੇ ਹੋ ਉਸ ਬੇਦੀ ਦੇ ਉੱਤੇ? ਯੈਸ। ਸੁਣਨਾ ਚਾਹੁੰਦੇ ਹੋ? ਉਹਨੇ ਹੁਕਮ ਕੀ ਦਿੱਤਾ ਸੀ ਆਪਣੇ ਸੁਲੇਮਾਨ ਨੂੰ? ਪੜ੍ਹਦੇ ਬੇਟਾ ਕੇ। ਕਿਉਂ ਜੋ ਸੁਲੇਮਾਨ ਨੇ 5 ਹੱਥ ਲੰਬਾ, 5 ਹੱਥ ਚੌੜਾ ਅਤੇ 3 ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਾ ਕੇ ਵਿਹੜੇ ਵਿੱਚ ਧਰ ਦਿੱਤਾ। ਅਤੇ ਉਸ ਉੱਤੇ ਉਹ ਖਲੋਤਾ ਹੋਇਆ ਸੀ। ਕਿ ਉਹਦੇ ਉੱਤੇ ਕੀ ਹੋ ਗਿਆ? ਹੋ
ਆਪ ਖੜਾ ਹੋ ਗਿਆ, ਪਿੱਤਲ ਦਾ ਇੱਕ ਥੰਬ ਬਣਾ ਕੇ ਉਹਦੇ ਉੱਤੇ ਖੜਾ ਹੋ ਗਿਆ। ਹਾਂ ਅੱਗੇ ਪੜ੍ਹ ਦੋ। ਸੋ ਉਸਨੇ ਸਾਰੀ ਸਭਾ ਦੇ ਸਾਹਮਣੇ ਹਾਂ ਗੋਡੇ ਟੇਕ ਕੇ ਆਕਾਸ਼ ਵੱਲ ਆਪਣੇ ਹੱਥ ਅੱਡੇ। ਹਾਂ ਉਹਨੇ ਕੀ ਕੀਤਾ ਫਿਰ? ਸਾਰੀ ਸਭਾ ਦੇ ਵੱਲ ਦੇਖਿਆ, ਦੁਨੀਆ ਦੇ ਵੱਲ, ਆਪਣੇ ਗੋਡੇ ਟੇਕੇ ਤੇ ਨਿਗਾਹ ਕਿੱਥੇ ਆਉਂਦੀ? ਆਕਾਸ਼ ਦੇ ਵੱਲ। ਅੱਗੇ ਉਹ ਤੇ ਕਹਿਣ ਲੱਗਾ, हे ਯਹੋਵਾ ਇਸਰਾਇਲ ਦੇ ਪਰਮੇਸ਼ਰ, ਹਾਂ ਤੇਰੀ ਜਿਹਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਹਾਂ। ਕੋਈ ਪਰਮੇਸ਼ਰ ਨਹੀਂ। ਹਾਲੇਲੂਇਆ। ਤਾਂ ਸੁਲੇਮਾਨ ਕੀ ਕਹਿ ਰਿਹਾ? ਉਸ ਬੇਦੀ ਦੇ ਉੱਤੇ ਜਾ ਕੇ ਕਹਿੰਦਾ, ਦੇਖ ਪਰਮੇਸ਼ਵਰ, ਤੇਰੇ ਜਿਹਾ ਪਰਮੇਸ਼ਵਰ ਨਾ ਤਾਂ ਧਰਤੀ ਦੇ ਉੱਤੇ ਤੇ ਨਾ ਕਿਤੇ ਹੋਰ ਹੈ, ਉਹ ਸਾਡੇ ਅੰਦਰ ਹੈ। ਜਿਹਨੇ ਪ੍ਰੀਤ ਲਾ ਲਈ ਉਹਦੇ ਅੰਦਰ ਉਹੀ ਪਰਮੇਸ਼ਰ ਆ ਜਾਏਗਾ। ਹਾਲੇਲੂਇਆ, ਆਮੇਨ। ਅੱਗੇ ਪੜ੍ਹਦੇ ਬੇਟਾ। ਆਪਣੇ ਉਹਨਾਂ ਦਾਸਾਂ ਲਈ ਜਿਹੜੇ ਆਪਣੇ ਸੱਚੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ, ਹਾਂ ਆਪਣੇ ਨੇਮ ਅਤੇ ਕਿਰਪਾ ਕਾਇਮ ਰੱਖਦਾ ਹੈ। ਕੀ ਰੱਖਦਾ ਹੈ ਨੇਮ ਤੇ? ਕਿਰਪਾ। ਕਹਿੰਦਾ ਜਿਹੜੇ ਤੇਰੇ ਦਾਸ ਸੱਚੀ ਨੀਅਤ ਨਾਲ ਚੱਲਦੇ ਨੇ, ਤੂੰ ਉਹਨਾਂ ਉੱਤੇ ਆਪਣੀ ਕਿਰਪਾ ਬਰਸਾ ਕੇ ਰੱਖਦਾ। ਹਾਲੇਲੂਇਆ, ਹਾਲੇਲੂਇਆ। ਕੀ ਬਰਸਾ ਕੇ ਰੱਖਦਾ ਹੈ? ਮੇਰੇ ਅਜੀਜ਼ੋ, ਜਿੰਨੇ ਭੈਣ ਭਰਾਵਾਂ ਨੇ ਭਰਿੰਡਾਂ ਦੇ ਛੱਤੇ ਨੂੰ ਛੇੜਿਆ ਨਾ, ਉਹ ਕਦੇ ਬਚੇ ਨਹੀਂ ਲੜਨ ਤੋਂ। ਹਾਲੇਲੂਇਆ। ਉਹਨਾਂ ਦੇ ਲੜੀਆਂ ਨੇ ਤੇ ਉਹਨਾਂ ਨੂੰ ਫੇਰ ਪਤਾ ਲੱਗਿਆ। ਉਹ ਮੈਂ ਇਸ ਕਰਕੇ ਉਸ ਭੈਣ ਨੂੰ ਕਹਿਣਾ ਵੀ ਤੈਨੇ ਭਰਿੰਡਾਂ ਦੇ ਛੱਤੇ ਨੂੰ ਹੱਥ ਪਾ ਲਿਆ ਕਿ ਹੁਣ ਤੋਂ 1-2 ਸਾਲਾਂ ਦੇ ਵਿੱਚ ਤੂੰ ਦੇਖੀ ਯਿਸੂ ਦਾ ਪ੍ਰਚਾਰ ਕਰ, ਜਿਹਨੂੰ ਦਿਖਾਊਂਗਾ ਤੈਨੂੰ ਮੈਂ ਇਸ ਜਗ੍ਹਾ ਤੇ। ਹਾਲੇਲੂਇਆ, ਹਾਲੇਲੂਇਆ। ਜਿਹੜੇ ਇਲਾਕੇ ਦੇ ਵਿੱਚ ਤੈਨੇ ਉਸ ਪਾਸਟਰ ਦੀ ਗਰਦਨ ਨੂੰ ਹੱਥ ਪਾਇਆ, ਉਸ ਇਲਾਕੇ ਦੇ ਵਿੱਚ ਤੈਨੇ ਯਿਸੂ ਦਾ ਨਾਮ ਉੱਚਾ ਕਰਦੀ, ਤੈਨੂੰ ਦਿਖਾਊਂਗਾ ਇੱਕ ਦਿਨ ਮੈਂ। ਆਮੀਨ, ਹਾਲੇਲੂਇਆ। ਉਹ ਜਿਹੜੇ ਯਿਸੂ ਦਾ ਵਿਰੋਧ ਕਰਦੇ ਨੇ, ਉਹ ਯਿਸੂ ਦਾ ਪ੍ਰਚਾਰ ਕਰਦੇ ਨੇ ਇੱਕ ਦਿਨ। ਹਾਲੇਲੂਇਆ, ਹਾਲੇਲੂਇਆ। ਰਾਜਾ ਸ਼ਾਉਲ ਵੀ ਕੀ ਕਰਦਾ ਸੀ? ਜਿਹੜੇ ਲੋਕ ਯਿਸੂ ਨੂੰ ਮੰਨਦੇ ਸੀ ਉਹਨਾਂ ਨੂੰ ਮਾਰ ਦਿੰਦਾ ਸੀ। ਕੀ ਕਰਦਾ ਸੀ? ਉਹਨਾਂ ਨੂੰ ਮਾਰ ਦਿੰਦਾ ਸੀ, ਵੱਢ ਦਿੰਦਾ ਸੀ ਕਿ ਮੇਰੇ ਲਵੇ ਮਸੀਹ ਦਾ ਨਾਮ ਨਾ ਲਿਓ। ਲੇਕਿਨ ਇੱਕ ਦਿਨ ਕੀ ਹੋਇਆ? ਜਦੋਂ ਉਹਨੇ ਜ਼ਿਆਦਾ ਲੋਕਾਂ ਨੂੰ ਮਾਰ ਦਿੱਤਾ ਤਾਂ ਪਰਮੇਸ਼ਰ ਨੇ ਉਹਨੂੰ ਅੱਖਾਂ ਤੋਂ ਅੰਨਾ ਕਰ ਦਿੱਤਾ। ਜਦੋਂ ਅੱਖਾਂ ਤੋਂ ਅੰਨਾ ਕਰ ਦਿੱਤਾ, 5-4 ਮਹੀਨੇ ਨਿਕਲੇ, ਜਦੋਂ ਉਹਦਾ ਆਪਣਾ ਵਜੂਦ ਖਤਮ ਹੋ ਗਿਆ, ਆਪਣੀ ਆਕੜ ਉਹਦੀ ਠੰਡੀ ਹੋ ਗਈ ਕਿ ਮੈਂ ਤਾਂ ਹੁਣ ਕੁਝ ਵੀ ਨਹੀਂ, ਮੈਂ ਤਾਂ ਜਿਉਂਦਾ ਵੀ ਮੁਰਦਿਆਂ ਵਰਗਾ। ਫੇਰ ਰੱਬ ਉਹਦੀ ਸੁਣਦਾ। ਹਜੇ ਜਦੋਂ ਬੰਦਾ ਉਹ ਜਿਉਂਦਾ ਮੁਰਦਿਆਂ ਵਰਗਾ ਨਹੀਂ ਹੁੰਦਾ, ਉਦੋਂ ਤੱਕ ਉਹਦੀ ਆਕੜ ਨਹੀਂ ਟੁੱਟਦੀ। ਜਦੋਂ ਆਕੜ ਟੁੱਟ ਜਾਂਦੀ ਹੈ, ਫਿਰ ਪਰਮੇਸ਼ਰ ਕਿਸੇ ਨਾ ਕਿਸੇ ਸੰਤ ਨੂੰ ਭੇਜਦਾ ਵੀ ਜਾ, ਮੈਂ ਤੈਨੂੰ ਇਸ ਸੰਤ ਦੇ ਦੁਆਰਾ ਠੀਕ ਕਰੂੰਗਾ ਤੇ ਤੂੰ ਮੇਰਾ ਨਾਮ ਉੱਚਾ ਕਰੇਗਾ ਯਿਸੂ ਦੇ ਨਾਮ। ਆਮੀਨ, ਹਾਲੇਲੂਇਆ। ਜਦੋਂ ਰਾਜੇ ਸ਼ਾਉਲ ਨੇ ਅੱਖਾਂ ਤੋਂ ਦਿਖਣਾ ਸ਼ੁਰੂ ਹੋ ਗਿਆ ਤੇ ਉਸੇ ਟਾਈਮ ਉਹਨੇ ਨਾਮ ਉੱਚਾ ਕਰਨਾ ਸ਼ੁਰੂ ਕਰਤਾ, ਉਹ ਯਿਸੂ ਜਿੰਦਾ ਹੈ, ਯਿਸੂ ਜਿੰਦਾ ਹੈ, ਯਿਸੂ ਜਿੰਦਾ ਹੈ। ਹਾਲੇਲੂਇਆ। ਕੀ ਨਾਮ ਉੱਚਾ ਕੀਤਾ ਉਹਨੇ? ਇਲਾਕੇ ਦੇ ਵਿੱਚ ਜਾਂਦਾ, ਯਿਸੂ ਜਿੰਦਾ ਹੈ, ਯਿਸੂ ਜਿੰਦਾ ਹੈ, ਉਹ ਮੈਨੂੰ ਦਿਖਦਾ ਹੈ, ਮੇਰੀਆਂ ਅੱਖਾਂ ਖੁੱਲ ਚੁੱਕੀਆਂ ਨੇ। ਕਿਉਂ? ਸਭ ਤੋਂ ਪਹਿਲਾਂ ਪਰਮੇਸ਼ਰ ਨੇ ਉਹਦੀਆਂ ਆਤਮਿਕ ਅੱਖਾਂ ਖੋਲੀਆਂ, ਫਿਰ ਸੰਸਾਰਿਕ ਅੱਖਾਂ ਖੋਲੀਆਂ। ਮੇਰੇ ਪਿਆਰਿਓ, ਉਸ ਭੈਣ ਨੇ ਜਿਹਨੇ ਪਾਸਟਰ ਦੀ ਗਰਦਨ ਨੂੰ ਹੱਥ ਪਾਇਆ ਹੋਇਆ, ਮੈਂ ਵੀ ਦੇਖ ਰਿਹਾ ਉਹਦੀ ਜ਼ਿੰਦਗੀ ਨੂੰ। 2 ਸਾਲਾਂ ਦੇ ਵਿੱਚ ਨਿਊਜ਼ਪੇਪਰ ਤੇ ਦੇਖ ਲਓ, ਯਿਸੂ ਦਾ ਪ੍ਰਚਾਰ ਕਰਦੀ ਮਿਲੂਗੀ ਤੁਹਾਨੂੰ। ਆਮੀਨ, ਹਾਲੇਲੂਇਆ। ਕਿਉਂ? ਪਰਮੇਸ਼ਰ ਜੀ ਕੀ ਕਹਿ ਰਹੇ ਨੇ? ਹਰੇਕ ਗੋਡਾ, ਕਿਹੜਾ ਗੋਡਾ? ਹਰੇਕ। ਉਹਦੇ ਵਿੱਚ ਇਹ ਨਹੀਂ ਕਿਹਾ ਪਰਮੇਸ਼ਰ ਨੇ ਕਿ ਹਿੰਦੂ, ਮੁਸਲਮ, ਸਿੱਖ, ਈਸਾਈ ਨਹੀਂ, ਜਿਹੜੇ ਧਰਤੀ ਤੇ ਜ਼ਿੰਦਾ ਨੇ ਉਸ ਗੋਡਿਆਂ ਦੀ ਗੱਲ ਕਰਦੇ ਹਾਂ ਅਸੀਂ, ਜਿਹੜੇ ਧਰਤੀ ਤੇ ਜ਼ਿੰਦਾ ਨੇ। ਅੱਗੇ ਪੜ੍ਹਦੇ ਬੇਟਾ ਬਚਨ, ਯਸ਼ਾਇਆ ਦੀ ਕਿਤਾਬ ਉਹਦੀ 45 ਉਹਦੀ 23 ਹੈ। ਮੈਂ ਆਪਣੀ ਸਹੁੰ ਖਾਧੀ ਹੈ। ਪਰਮੇਸ਼ਰ ਕੀ ਕਹਿੰਦਾ? ਪਰਮੇਸ਼ਰ ਜੀ ਕੀ ਕਹਿੰਦੇ ਨੇ? ਮੈਂ ਆਪਣੀ ਸਹੁੰ ਖਾਧੀ ਹੈ। ਧਿਆਨ ਨਾਲ ਸੁਣਿਓ, ਪਰਮੇਸ਼ਰ ਨੇ ਹੁਣ ਆਪਣੀ ਹੀ ਸਹੁੰ ਖਾ ਲਈ। ਕੀ ਕਰਨ ਦੀ? ਸੁਣਨਾ ਚਾਹੁੰਦੇ ਹੋ? ਪੜ੍ਹਦੇ ਬੇਟਾ ਫਿਰ। ਮੈਂ ਆਪਣੀ ਸਹੁੰ ਖਾਧੀ ਹੈ, ਹਾਂ, ਮੇਰੇ ਮੂੰਹ ਤੋਂ ਧਰਮ ਦਾ ਵਚਨ ਨਿਕਲਿਆ ਹੈ। ਕਿਹੜਾ ਵਚਨ ਨਿਕਲੇਗਾ? ਧਰਮ ਦਾ। ਪਰਮੇਸ਼ਰ ਕਹਿ ਰਿਹਾ ਇਹ, ਕਹਿੰਦਾ ਮੈਨੇ ਆਪਣੀ ਸਹੁੰ ਖਾਧੀ ਹੈ ਕਿ ਮੇਰੇ ਮੂੰਹ ਦੇ ਵਿੱਚੋਂ ਧਰਮ ਦਾ ਹੀ ਵਚਨ ਨਿਕਲੇਗਾ। ਅੱਗੇ, ਅਤੇ ਉਹ ਮੁੜੇਗਾ ਨਹੀਂ। ਉਹ ਮੁੜੇਗਾ ਨਹੀਂ, ਉਹ ਵਾਪਸ ਨਹੀਂ ਹੋਏਗਾ। ਅੱਗੇ, ਭਾਈ ਹਰ ਗੋਡਾ ਮੇਰੇ ਅੱਗੇ ਨੀਵੇਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਕੀ ਕਹਿ ਰਹੇ ਨੇ? ਤੇ ਦੁਬਾਰਾ ਪੜ੍ਹ ਬੇਟਾ ਇਹ ਸਾਰਾ ਵਚਨ। ਮੈਂ ਆਪਣੀ ਸਹੁੰ ਖਾਧੀ ਹੈ, ਹਾਂ, ਮੇਰੇ ਮੂੰਹ ਤੋਂ ਧਰਮ
ਦਾ ਵਚਨ ਨਿਕਲਿਆ ਹੈ। ਕਹਿੰਦਾ ਮੈਂ ਆਪਣੀ ਸਹੁੰ ਖਾਦੀ ਹੈ, ਮੇਰੇ ਮੂੰਹ ਤੋਂ ਧਰਮ ਦਾ ਵਚਨ ਨਿਕਲਿਆ ਹੈ। ਵਚਨ ਕੀ ਹੈ? ਅਤੇ ਉਹ ਮੁੜੇਗਾ ਨਹੀਂ, ਉਹ ਮੁੜੇਗਾ ਨਹੀਂ। ਭਾਈ ਹਰ ਗੋਡਾ ਮੇਰੇ ਅੱਗੇ ਨਿਵੇਗਾ। ਹਾਲੇਲੂਇਆ, ਹਾਲੇਲੂਇਆ। ਉਹ ਸਮਾਂ ਰਿਹਾ ਮੇਰੇ ਅਜ਼ੀਜ਼ੋ, ਉਹ ਸਮਾਂ ਰਿਹਾ ਜਿਹੜਾ ਹਰ ਇੱਕ ਗੋਡਾ ਯਿਸੂ ਦੇ ਅੱਗੇ ਨਿਵੇਗਾ। ਫਰਕ ਇੰਨਾ ਕਿ ਮਸੀਹ ਨੇ ਸਾਨੂੰ ਹਲੀਮ ਬਣਾ ਦਿੱਤਾ। ਸਾਡੇ ਹੱਥ ਤਾਂ ਖੁੱਲੇ ਨੇ, ਲੇਕਿਨ ਯਿਸੂ ਦੇ ਨਾਮ ਦੇ ਵਿੱਚ ਸਾਡੇ ਹੱਥ ਕੜੀ ਲੱਗੀ ਹੋਈ ਹੈ ਵੀ ਅਸੀਂ ਆਪਣਾ ਹੱਥ ਨਹੀਂ ਉਠਾ ਸਕਦੇ। ਸਮਝ ਲਓ ਨਾ ਮੇਰੀ ਗੱਲ। ਮਸੀਹ ਲੋਕ ਕਿਉਂ ਨਹੀਂ ਬੋਲਦੇ? ਕਿਉਂ ਖਾਣਾ ਨਹੀਂ ਖਾਂਦੇ? ਕਿਉਂ ਪਾਣੀ ਨਹੀਂ ਪੀਂਦੇ? ਕਿਉਂ ਦੁਨੀਆ ਦਾ ਭੋਜਨ ਨਹੀਂ ਛਕਦੇ? ਕਿ ਉਹਨਾਂ ਨੂੰ ਗਾਲਾਂ ਨਹੀਂ ਕੱਢਣੀਆਂ ਆਉਂਦੀਆਂ? ਕਿ ਉਹਨਾਂ ਨੂੰ ਡਾਂਗ ਚੱਕਣੀ ਨਹੀਂ ਆਉਂਦੀ? ਕਿ ਉਹਨਾਂ ਨੂੰ ਹਥਿਆਰ ਚਲਾਉਣੇ ਨਹੀਂ ਆਉਂਦੇ? ਮਾਫ ਕਰਨਾ, ਮੈਂ ਇੱਥੇ ਹਥਿਆਰ ਚਲਾਉਣ ਦੀ ਜ਼ਿੰਮੇਵਾਰੀ ਉਹ ਨਹੀਂ ਦੇ ਰਿਹਾ ਤੁਹਾਨੂੰ ਆਗਿਆ ਵੀ ਚੱਕ ਦੋ ਫੱਟੇ, ਨਹੀਂ। ਕਿਉਂਕਿ ਸਾਡੇ ਹੱਥ ਯਿਸੂ ਨੇ ਬੰਨ੍ਹ ਦਿੱਤੇ ਨੇ ਪ੍ਰੇਮ ਦੀ ਡੋਰ ਦੇ ਨਾਲ। ਕਿਹੜੀ ਡੋਰ ਦੇ ਨਾਲ? ਪ੍ਰੇਮ ਦੀ ਡੋਰ। ਜੇ ਅਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਕਿਸੇ ਨੂੰ ਰੁੱਖਾ ਬੋਲਦੇ ਆ ਤਾਂ ਅਸੀਂ ਯਿਸੂ ਮਸੀਹ ਦੇ ਵਚਨ ਦੇ ਖਿਲਾਫ ਚੱਲਦੇ, ਕਿਉਂਕਿ ਅਸੀਂ ਗਿਆਨ ਨੂੰ ਜਾਣਦੇ ਆ। ਬਾਣੀ ਕਹਿੰਦੀ ਹੈ ਕਿ ਜਿਹੜਾ ਦੇਖੋ ਮੇਰੀ ਪ੍ਰਜਾ ਗਿਆਨ ਨਾ ਹੋਣ ਦੇ ਕਾਰਨ ਨਾਸ਼ ਹੋ ਰਹੀ ਹੈ। ਹੁਣ ਨਾਸ਼ ਹੋ ਰਹੇ ਨੇ ਜਿਨ੍ਹਾਂ ਨੂੰ ਗਿਆਨ ਨਹੀਂ। ਜਿਨ੍ਹਾਂ ਨੂੰ ਗਿਆਨ ਨਹੀਂ ਉਹ ਕੱਲ ਵੀ ਲੜਦੇ ਸੀ ਤੇ ਅੱਜ ਵੀ ਲੜਦੇ ਨੇ। ਜਿਨ੍ਹਾਂ ਨੂੰ ਗਿਆਨ ਆ ਗਿਆ ਉਹ ਹੱਥ ਕੱਲ ਵੀ ਬੰਨ੍ਹਦੇ ਸੀ ਤੇ ਅੱਜ ਵੀ ਬੰਨ੍ਹਦੇ ਨੇ। ਹਾਲੇਲੂਇਆ। ਉਹ ਜਿਹੜੇ ਹੱਥ ਬੰਨਣ ਵਾਲੇ ਸੀ ਉਹ ਉੱਚੇ ਕੀਤੇ ਗਏ ਨੇ। ਉਹ ਜਿਹੜੇ ਲੜਨ ਵਾਲੇ ਸੀ ਅੱਜ ਵੀ ਉਹਨਾਂ ਦੇ ਕੇਸ ਚੱਲਦੇ ਨੇ। ਕਿਉਂ? ਸਾਡੀ ਸੈਨਾ ਦਾ ਯਹੋਵਾ ਰਾਖੀ ਕਰਦਾ ਹੈ। ਕੌਣ ਕਰਦਾ? ਸਾਡੀ ਸੈਨਾ ਦਾ ਯਹੋਵਾ। ਮੇਰੀ ਇੱਕ ਗੱਲ ਨੂੰ ਯਾਦ ਰੱਖਿਓ ਮੇਰੇ ਪਿਆਰਿਓ, ਕਿਸੇ ਨੂੰ ਵੀ ਯਿਸੂ ਦਾ ਪ੍ਰਚਾਰ ਸੁਣਾਣੇ ਹੋ ਤਾਂ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜੇ ਕਾਨੂੰਨ ਕਿਸੇ ਨੇ ਬਣਾਇਆ ਤਾਂ ਸਾਡੇ ਲਈ ਵੀ ਉਹੀ ਕਾਨੂੰਨ ਹੈ, ਤਾਂ ਸਾਹਮਣੇ ਵਾਲੇ ਲਈ ਵੀ ਉਹੀ ਕਾਨੂੰਨ ਹੈ। 18 ਸਾਲ ਤੋਂ ਉੱਪਰ ਦਾ ਬੰਦਾ ਜਿਸ ਮਰਜ਼ੀ ਰਿਲੀਜਨ ਨੂੰ ਅਡਾਪਟ ਕਰ ਸਕਦਾ। ਤੁਹਾਡੇ ਉੱਤੇ ਕੋਈ ਪਾਬੰਦੀ ਨਹੀਂ ਹੈ ਕਿ ਤੁਸੀਂ ਇਹੀ ਬਣਨਾ ਜੀ, ਤੁਸੀਂ ਮੁਸਲਮਾਨ ਬਣਨਾ, ਤੁਸੀਂ ਹਿੰਦੂ ਬਣਨਾ, ਤੁਸੀਂ ਸਿੱਖ ਬਣਨਾ, ਤੁਸੀਂ ਈਸਾਈ ਬਣਨਾ। ਕੋਈ ਕਿਸੇ ਨੂੰ ਕੁਛ ਧੱਕੇ ਤੋਂ ਧਾਰਮਿਕ ਨਹੀਂ ਬਣਾਉਂਦਾ। ਕੋਈ ਕਿਸੇ ਦੇ ਮੂੰਹ 'ਚ ਪਿਆਲਾ ਨਹੀਂ ਬੋਲਦਾ ਕਿ ਤੂੰ ਈਸਾਈ ਬਣ ਜਾ, ਤੂੰ ਸਿੱਖ ਬਣ ਜਾ, ਤੂੰ ਹਿੰਦੂ ਬਣ ਜਾ। ਉਹ ਸਾਰੇ ਨੇ ਆਪਣੇ ਦਰਵਾਜ਼ੇ ਖੋਲੇ ਹੋਏ ਨੇ। ਜਾਓ ਤੁਸੀਂ ਰੱਬ ਦੇ ਘਰਾਂ ਦੇ ਵਿੱਚ ਮੱਥੇ ਟੇਕੋ ਜਾ ਕੇ। ਹਰੇਕ ਦੀ ਆਪਣੀ ਆਪਣੀ ਆਸਥਾ। ਜਾਂ ਤਾਂ ਫਿਰ ਮੰਦਿਰ ਵਾਲੇ ਕਹਿ ਦੇਣ ਕਿ ਸਾਡੇ ਇੱਥੇ ਹਿੰਦੂ ਹੀ ਆਣ, ਸਿੱਖ ਆਣ, ਨਾ ਮੁਸਲਮਾਨ ਆਣ। ਜਾਂ ਫਿਰ ਮੁਸਲਮਾਨ ਆਪਣੀਆਂ ਮਸਜਿਦਾਂ ਬੰਦ ਕਰ ਲੈਣ ਵੀ ਇੱਥੇ ਤਾਂ ਮੁਸਲਮਾਨ ਹੀ ਆ ਸਕਦੇ ਨੇ, ਹਿੰਦੂ ਨਹੀਂ ਆ ਸਕਦੇ। ਫਿਰ ਗੁਰਦੁਆਰੇ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਕਿਉਂ ਰੱਖੇ ਗਏ ਸੀ? ਪੜ੍ਹ ਲਿਓ ਇਤਿਹਾਸ ਕਰਾ ਜਾ ਕੇ, ਉਹਦੇ ਵਿੱਚ ਤੁਹਾਨੂੰ ਦੱਸ ਦੂਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਵੀ 4 ਦਰਵਾਜ਼ੇ ਕਿਉਂ ਰੱਖੇ ਸੀ। ਇੱਕ ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ, ਈਸਾਈਆਂ ਦਾ। ਜਾਂ ਤਾਂ ਫਿਰ ਤੁਸੀਂ ਆਪੋ ਆਪਣੇ ਦਰਵਾਜ਼ੇ ਬੰਦ ਕਰ ਲਓ, ਜਾਂ ਫਿਰ ਇਹ ਪਖੰਡ ਕਰਨੇ ਬੰਦ ਕਰ ਦਿਓ। ਅਸੀਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਉੱਤੇ ਫੇਮਸ ਹੋਣ ਦੇ ਲਈ ਕਦੇ ਕਿਸੇ ਦੀਆਂ ਗਰਦਨਾਂ ਫੜਦੇ ਆ, ਕਦੇ ਕਿਸੇ ਦੀਆਂ ਗਰਦਨਾਂ ਫੜਦੇ ਆ। ਅਸੀਂ ਮਨੁੱਖ ਤੋਂ ਨਹੀਂ ਡਰਦੇ, ਅਸੀਂ ਉਹ ਤੋਂ ਡਰਦੇ ਜਿਹੜਾ ਮਾਰਨ ਤੋਂ ਬਾਅਦ ਨਰਕ 'ਚ ਸੁੱਟਣ ਦਾ ਇਖਤਿਆਰ ਰੱਖਦਾ ਹੈ। ਆਮੀਨ, ਹਾਲੇਲੂਇਆ। ਸਾਡੇ ਮਸੀਹ ਲੋਕ ਮਨੁੱਖ ਤੋਂ ਨਹੀਂ ਡਰਦੇ। ਸਾਡੇ ਮਸੀਹ ਲੋਕ ਸਾਡੇ ਯਿਸੂ ਤੋਂ ਡਰਦੇ ਨੇ ਵੀ ਜੇ ਮੈਂ ਇਹਦੇ ਵਰਗਾ ਹੋ ਗਿਆ ਤਾਂ ਰੱਬ ਨੂੰ ਜਾਣਦਾ ਨਹੀਂ, ਜੇ ਮੈਂ ਇਹਦੇ ਵਰਗਾ ਹੋ ਗਿਆ ਰੱਬ ਮੇਰੇ ਤੋਂ ਦੂਰ ਹੋ ਜਾਊਗਾ। ਅਸੀਂ ਰੱਬ ਨੂੰ ਦੂਰ ਕਰਨਾ ਨਹੀਂ ਚਾਹੁੰਦੇ। ਉਹ ਸਾਡੀ ਮਜਬੂਰੀ ਦਾ ਫਾਇਦਾ ਨਾ ਉਠਾਇਆ ਕਰੋ। ਪਤਾ ਸਾਨੂੰ ਸਾਰਾ ਹੀ ਹੈ। ਜੇ ਕਿਸੇ ਤੇ ਵੀ ਅੱਜ ਅਤਿਆਚਾਰ ਹੁੰਦਾ, ਇਸੇ ਲਈ ਪਾਸਟਰ ਡਾਕਟਰ ਹਰਪ੍ਰੀਤ ਸਿੰਘ ਦਿਓਲ ਜੀ ਨੇ ਇੱਕ ਸਾਡਾ ਮਿਸ਼ਨ ਤਿਆਰ ਕਰਨ ਲੱਗੇ ਹੋਏ ਨੇ। ਉਹ ਹੋ ਗਿਆ, ਕੱਲ ਦੇਖ ਰਹੇ ਸੀਗੇ। ਲਗਾਨ ਹੁਣ ਕਿਸੇ ਪਾਸਟਰ ਦੇ ਹੱਥ, ਫੇਰ ਪਤਾ ਲੱਗ ਜੂਗਾ ਵੀ ਕਿਵੇਂ ਫੜੀਦਾ ਹੁੰਦਾ ਕਿਸੇ ਨੂੰ। ਮੇਰੇ ਪਿਆਰਿਓ, ਵਚਨ ਦੇ ਵਿੱਚ ਤਾਂ ਸਾਨੂੰ ਹਲੀਮ ਰਹਿਣਾ ਸਿਖਾਇਆ ਗਿਆ। ਕੋਈ ਰੱਬ ਸਾਨੂੰ ਲੜਨਾ ਤਾਂ ਸਿਖਾਉਂਦਾ ਨਹੀਂ ਵੀ ਕਿਸੇ ਨੂੰ ਮਾਰ ਕੇ ਘਰੇ ਆ ਜਾਓ। ਸਗੋਂ ਪਰਮੇਸ਼ਰ ਸਾਨੂੰ ਪਿਆਰ ਕਰਨਾ ਸਿਖਾਉਂਦਾ। ਉਹ ਸਾਨੂੰ ਇੱਜ਼ਤ ਕਰਨੀ ਚਾਹੀਦੀ ਸੀ ਕਿ ਦੇਖੋ ਰੱਬ ਦੇ ਬੰਦੇ ਧੁੱਪ 'ਚ ਫਿਰਦੇ ਨੇ, ਇਹਨਾਂ ਨੂੰ ਚਾਹ ਪਾਣੀ ਪਿਆ ਦਈਏ। ਹਾਲੇਲੂਇਆ।
ਤਾੜੀ ਨਾਲ ਮਹਿਮਾ ਕਰੋ ਯਿਸੂ ਮਸੀਹ ਦੇ ਨਾਮ ਤੇ। ਯਸ਼ਾਇਆ ਦੀ ਕਿਤਾਬ 45 ਦਾ ਤੀਹ ਪੜ੍ਹਦੇ ਬੇਟਾ। ਚਲੇ ਇੱਕ ਪੜ੍ਹਦੇ, ਫਿਲਿੱਪੀਆਂ ਦਾ ਪੜ੍ਹਦੇ, ਫਿਲਿੱਪੀਆਂ 2:10। ਭਾਈ ਯਿਸੂ ਦਾ ਨਾਮ ਲੈ ਕੇ, ਯਿਸੂ ਦਾ ਨਾਮ ਲੈ ਕੇ, ਕਿਹਦਾ ਨਾਮ ਲੈ ਕੇ? ਯਿਸੂ ਦਾ। ਹਾਂ ਭਾਈ ਯਿਸੂ ਦਾ ਨਾਮ ਲੈ ਕੇ ਹਾਂ ਆਕਾਸ਼ ਉਤਲਿਆ, ਆਕਾਸ਼ ਉਤਲੀਆਂ ਅਤੇ ਧਰਤੀ ਉਤਲੀਆਂ, ਧਰਤੀ ਦੇ ਉਤਲੀਆਂ, ਅਤੇ ਧਰਤੀ ਦੇ ਹੇਠਲਿਆਂ ਵਿੱਚੋਂ, ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਭਾਇਆ ਜਾਵੇ। ਕੀ ਵਚਨ ਕਹਿ ਗਿਆ? ਮੈਂ ਨਹੀਂ ਬੋਲਿਆ ਕੁਝ ਵੀ, ਵਚਨ ਹੀ ਬੋਲ ਗਿਆ ਸਾਰਾ ਕੁਝ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਕਹਿੰਦਾ ਦੇਖੋ ਯਿਸੂ ਦਾ ਨਾਮ ਲੈ ਕੇ, ਕਿਹਦਾ ਨਾਮ ਲੈ ਕੇ? ਯਿਸੂ ਦਾ। ਯਿਸੂ ਦਾ ਨਾਮ ਲੈ ਕੇ ਆਕਾਸ਼ ਉਤਲੀਆਂ, ਜਿਹੜੀਆਂ ਆਕਾਸ਼ ਤੋਂ ਵੀ ਉੱਤੇ ਵੀ ਰਹਿੰਦੀਆਂ ਨੇ, ਉਹ ਫਿਰ ਧਰਤੀ ਉਤਲੀਆਂ, ਜਿਹੜੀਆਂ ਧਰਤੀ ਉੱਤੇ ਰਹਿੰਦੀਆਂ ਨੇ, ਫਿਰ ਧਰਤੀ ਦੇ ਵਿਚਲੀਆਂ, ਜਿਹੜੀਆਂ ਧਰਤੀ ਦੇ ਵਿੱਚ ਰਹਿੰਦੀਆਂ ਨੇ, ਹਰੇਕ ਗੋਡਾ ਨਿਵੇਗਾ। ਹਾਲੇਲੂਇਆ, ਆਮੇਨ, ਹਾਲੇਲੂਇਆ। ਉਹ ਪਾਸਟਰ ਤਾਂ ਅੱਜ ਲੱਗੇ ਨੇ, ਲੋਕ ਤਾਂ ਅੱਜ ਲੱਗੇ ਨੇ ਇਹਨਾਂ ਨੂੰ ਮਾਰਨ। ਸਾਡੇ ਯਿਸੂ ਮਸੀਹ ਤਾਂ ਉਹ ਵੀ ਆ ਗਏ ਸੀ ਜਦੋਂ ਨੇ ਸੱਚ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਘਬਰਾਉਣਾ ਨਹੀਂ ਹੈ। ਪਵਿੱਤਰ ਸ਼ਾਸਤਰ ਕਹਿੰਦਾ ਜਿਹੜੇ ਹਲ ਤੇ ਹੱਥ ਰੱਖਦੇ ਨੇ ਉਹ ਪਿੱਛੇ ਮੁੜ ਕੇ ਨਾ ਦੇਖ ਲੈਣ। ਹਾਲੇਲੂਇਆ, ਹਾਲੇਲੂਇਆ। ਪਿੱਛੇ ਮੁੜ ਕੇ ਨਾ ਦੇਖ ਲੈਣ। ਜਿਹੜੇ ਕੰਮ ਕਿਸੇ ਦੁਨੀਆ ਦੇ ਇਨਸਾਨ ਤੋਂ ਨਹੀਂ ਹੋਏ, ਉਹ ਕੰਮ ਸਾਡਾ ਯਿਸੂ ਕਰਕੇ ਦਿਖਾਉਂਦਾ ਹੈ। ਆਮੇਨ। ਉਹ ਕੰਮ ਕੌਣ ਕਰਦਾ? ਦੇਖੋ YouTube ਚੈਨਲ ਦੇ ਉੱਤੇ ਕਿੰਨੇ ਲੋਕ ਬਿਨਾਂ ਦਵਾਈਆਂ ਤੋਂ ਠੀਕ ਹੁੰਦੇ ਨੇ, ਕਿੰਨੇ ਲੋਕ ਮਰਦੇ ਬਚਾਏ ਨੇ, ਕਿੰਨੀਆਂ ਭੈਣਾਂ ਦੇ ਕੋਲ ਬੱਚੇ ਨਹੀਂ ਸੀ, ਉਹਨਾਂ ਦੇ ਹੋਣ ਤੋਂ ਪਹਿਲਾਂ ਨਾਮ ਰੱਖੇ ਨੇ। ਰੱਖੋ ਤੁਸੀਂ, ਕਰੋ ਤੁਸੀਂ। ਮੈਂ ਹਰ ਵਾਰ ਕਹਿੰਦਾ ਹੁੰਦਾ, ਜਿਹੜੇ ਛੱਤੇ ਦੇ ਵਿੱਚ ਸ਼ਹਿਦ ਹੁੰਦਾ, ਮਧੂ ਮੱਖੀਆਂ ਉਹਨੂੰ ਛੱਡਦੀਆਂ ਨਹੀਂ ਕਦੇ ਵੀ। ਹਾਲੇਲੂਇਆ। ਯਿਸੂ ਦੇ ਛੱਤੇ ਦੇ ਵਿੱਚ ਸ਼ਹਿਦ ਹੈ, ਉਹ ਤਾਂ ਮਧੂ ਮੱਖੀਆਂ ਉਹਦੇ ਉੱਤੇ ਬਹਿੰਦੀਆਂ ਨੇ ਤੇ ਉਹਨਾਂ ਦਾ ਪੇਟ ਭਰਦਾ ਹੈ। ਘਬਰਾਉਣਾ ਨਹੀਂ। ਸਮੇਂ ਭਿਆਨਕ ਆ ਕੇ ਕਿਸੇ ਦੇ ਵੱਸ ਨਹੀਂ ਚੱਲਦਾ, ਪਰ ਆਪਣੇ ਆਪ ਦੇ ਪਰਿਵਾਰ ਦੀ ਪ੍ਰੋਟੈਕਸ਼ਨ ਮੰਗਿਆ ਕਰੋ ਯਿਸੂ ਨਾਸਰੀ ਦੇ ਨਾਮ ਦੇ ਵਿੱਚ। ਜਦੋਂ ਪ੍ਰਾਰਥਨਾ ਕਰਦੇ ਹੋ ਬੋਲਿਆ ਕਰੋ ਕਿ ਪਿਤਾ, ਮੇਰੇ ਬੱਚੇ ਜਿੱਥੇ ਵੀ ਜਾਂਦੇ ਨੇ, ਮੇਰਾ ਪਰਿਵਾਰ ਜਿੱਥੇ ਵੀ ਜਾਂਦਾ, ਮੈਂ ਤੇਰੇ ਸਵਰਗੀ ਦੂਤਾਂ ਦੇ ਨਾਲ ਉਹਨੂੰ ਪ੍ਰੋਟੈਕਸ਼ਨ ਦੇ ਵਿੱਚ ਭੇਜਦਾ ਹਾਂ। ਉਹਨਾਂ ਦੀ ਅਗਵਾਈ ਕੀਤੀ ਜਾਵੇ। ਬੈਠਿਆ ਕਰੋ ਰਾਤ ਨੂੰ ਪ੍ਰਾਰਥਨਾ ਦੇ ਵਿੱਚ ਕਿ ਪਿਤਾ, ਹਾਲਾਤ ਜਿੰਨੇ ਮਰਜ਼ੀ ਭਿਆਨਕ ਆ ਜਾਣ, ਪਰ ਮੈਂ ਕੱਲ ਵੀ ਤੇਰਾ ਸੀ ਤੇ ਅੱਜ ਵੀ ਤੇਰਾ ਹੀ ਹਾਂ ਤੇ ਤੇਰਾ ਹੀ ਰਹਾਂਗਾ। ਹਾਲੇਲੂਇਆ, ਹਾਲੇਲੂਇਆ, ਆਮੇਨ। ਬਹੁਤ ਭੈਣਾਂ ਨੇ ਜਿਹੜੀਆਂ ਮੈਨੂੰ ਕਹਿ ਦਿੰਦੀਆਂ ਨੇ ਕਿ ਪਾਸਟਰ ਜੀ ਅਸੀਂ ਤਾਂ ਆ ਗਏ ਤੇ ਸਾਡਾ ਪਰਿਵਾਰ ਨਹੀਂ ਸਾਨੂੰ ਆਣ ਦਿੰਦਾ। ਕਿਉਂ? ਉਹ ਸੱਚ ਨੂੰ ਤੂੰ ਜਾਣ ਲਿਆ, ਉਹ ਤੂੰ ਸੱਚ ਦੇ ਉੱਤੇ ਚੱਲਦਾ ਰਹਿ, ਤੇਰਾ ਪਰਿਵਾਰ ਆਪੇ ਬਚਾਇਆ ਜੋ ਬਾਈਬਲ ਬਿਆਨ ਕਰਦਾ। ਤੂੰ ਬਚ ਤੇ ਤੇਰਾ ਘਰਾਨਾ। ਆਮੇਨ, ਹਾਲੇਲੂਇਆ। ਉਹ ਸਾਰੇ ਪਹਿਲਾਂ ਸਾਨੂੰ ਜ਼ੋਰ ਲਾਉਂਦੇ ਨੇ ਰੋਕਣ ਦੇ ਲਈ ਕਿ ਮੈਨੇ ਮਸੀਹ ਨਹੀਂ ਬਣਨਾ, ਮੈਨੇ ਨਹੀਂ ਬਣਨਾ ਇਹ। ਲੇਕਿਨ ਜਦੋਂ ਤੁਹਾਨੂੰ ਸੱਚ ਦਾ ਪਤਾ ਲੱਗ ਜਾਂਦਾ, ਫਿਰ ਤੁਹਾਡਾ ਘਰਾਨਾ ਵੀ ਬਚਾਇਆ ਜਾਂਦਾ ਹੈ। ਅੱਜ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਹੁਣ ਤੁਹਾਡੇ ਘਰਾਨਿਆਂ ਦੇ ਬਚਾਉਣ ਦੀ ਵਾਰੀ ਆ ਚੁੱਕੀ ਹੈ। ਆਮੇਨ, ਹਾਲੇਲੂਇਆ। ਬਚਣਗੇ ਤੁਹਾਡੇ ਘਰਾਨੇ ਨੂੰ। ਅੱਜ ਭਾਵੇਂ ਹਾਲਾਤ ਜਿੱਦਾਂ ਦੇ ਮਰਜ਼ੀ ਚੱਲ ਰਹੇ ਨੇ, ਪਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਹਾਲਾਤਾਂ ਨੂੰ ਬਦਲਦੇ ਹੋਏ ਦੇਖੋਗੇ, ਕਿਉਂਕਿ ਹਾਲਾਤਾਂ ਨੂੰ ਕੌਣ ਬਦਲਾਉਂਦਾ ਹੈ? ਹਾਲਾਤਾਂ ਨੂੰ ਯਿਸੂ ਮਸੀਹ ਬਦਲਾਉਂਦਾ ਹੈ। कौन बदलाਉਂਦਾ है? ਉਹ ਭਜਨ ਗਾਇਆ ਕਰਦੇ ਨੇ ਨਾ, ਹਾਲਾਤ ਬਦਲ ਜਾਤੇ ਹੈ ਯਿਸੂ ਤੇਰੇ ਛੂਣੇ ਸੇ, ਯਿਸੂ ਤੇਰੇ ਆਨੇ ਸੇ। ਹੁਣ ਤੁਸੀਂ ਯਿਸੂ ਨੂੰ ਬੁਲਾ ਲਿਆ ਤੇ ਜਦੋਂ ਯਿਸੂ ਨੇ ਤੁਹਾਨੂੰ ਟੱਚ ਕਰ ਲਿਆ ਤਾਂ ਤੁਹਾਡੇ ਹਾਲਾਤ ਬਦਲ ਜਾਣਗੇ। ਤੁਸੀਂ ਦੇਖੋਗੇ ਇਸ ਜਗ੍ਹਾ ਤੇ। ਆਮੇਨ, ਹਾਲੇਲੂਇਆ। ਇਹ ਨਾ ਸੋਚਿਓ ਕਿ ਮੇਰੇ ਰਿਸ਼ਤੇਦਾਰ ਮੇਰੇ ਤੋਂ ਟੁੱਟ ਗਏ, ਮੈਂ ਜਿੱਦੇ ਦਾ ਮਸੀਹ ਬਣਿਆ ਸੀ। ਜਦੋਂ ਤੁਸੀਂ ਸੱਚ ਦੇ ਪਿੱਛੇ ਚੱਲੋਗੇ, ਇੱਕ ਵਾਰੀ ਤਾਂ ਤੁਹਾਨੂੰ ਜੱਗ ਛੱਡ ਦੂਗਾ, ਤੁਹਾਡੇ ਆਪਣੇ ਵੀ ਛੱਡ ਦੇਣਗੇ। ਲੇਕਿਨ ਜਦੋਂ ਤੁਸੀਂ ਆਪਣਿਆਂ ਦੀ ਪਰਵਾਹ ਨਹੀਂ ਕਰੋਗੇ ਨਾ, ਯਿਸੂ ਦੀ ਪਰਵਾਹ ਕਰੋਗੇ, ਫਿਰ 2-4 ਮਹੀਨੇ ਦੇ ਬਾਅਦ ਫਿਰ ਦੁੱਗਣਾ ਪਿਆਰ ਦੇ ਨਾਲ ਤੁਹਾਨੂੰ ਗਲੇ ਲਗਾਣਗੇ ਵੀ ਇਹ ਪੱਕਾ ਭਗਤ ਹੈ ਯਿਸੂ ਦਾ। ਆਮੇਨ, ਹਾਲੇਲੂਇਆ। ਇਹ ਆ ਪੱਕਾ ਭਗਤ ਯਿਸੂ ਦਾ। ਮੇਰੇ ਅੱਜ ਵੀ ਗੱਲ ਯਾਦ ਆਉਂਦੀ ਹੈ
ਜਦੋਂ ਅਸੀਂ ਪ੍ਰਭੂ ਦੇ ਵਿੱਚ ਚੱਲਦੇ ਸੀ ਤਾਂ ਪੂਰੀ ਫੈਮਿਲੀ ਨੇ ਅਸੀਂ 3 ਦਿਨ ਤੇ 3 ਰਾਤਾਂ ਦਾ ਵਰਤ ਰੱਖ ਲਿਆ, ਸੁੱਕਾ ਹੀ, ਪਾਣੀ ਵੀ ਨਹੀਂ ਪੀਣਾ, ਔਰ ਮੂੰਹ ਸੁੱਕ ਗਿਆ ਸਾਡਾ, ਆ ਗੱਲਾਂ ਦੀਆਂ ਵਿੱਚ ਵੜ ਗਈਆਂ। ਉਹ ਤੀਸਰੇ ਦਿਨ ਸਾਡੀ ਭੂਆ ਸਾਨੂੰ ਮਿਲਣ ਆ ਗਈ। ਉਹ ਭੂਆ ਕਹਿੰਦੀ, ਆ ਕੀ ਤੁਸੀਂ ਬਾਂਦਰ ਵਰਗੀਆਂ ਮੁੱਠੀਆਂ ਕੱਢੀਆਂ ਨੇ? ਕਿਸੇ ਨੇ ਦੱਸਤਾ ਵੀ ਯਿਸੂ ਮਸੀਹ ਦੇ ਵਰਤ ਰੱਖੇ ਹੋਏ। ਭੂਆ ਸਾਨੂੰ ਪਿਆਰ ਨਾਲ ਨਹੀਂ ਬੋਲੀ, ਮੇਰੀ ਸੱਚੀ ਭੂਆ ਦੀ ਗੱਲ ਕਰਦਾ ਮੈਂ। ਕੀ ਤੁਸੀਂ ਕਹਿੰਦੀ ਬਾਂਦਰ ਵਰਗੀਆਂ ਮੁੱਠੀਆਂ ਕੱਢੀਆਂ ਨੇ ਸਾਰਿਆਂ ਨੇ? ਮੈਂ ਕਿਹਾ ਭੂਆ ਜੀ ਏਦਾਂ ਨਹੀਂ ਬੋਲੀਦਾ ਹੁੰਦਾ, ਅਸੀਂ ਸਾਡੇ ਪਰਮੇਸ਼ਰ ਦੇ ਵਰਤ ਰੱਖੇ ਨੇ, ਜਿਹੜੇ ਪਰਮੇਸ਼ਰ ਨੇ ਸਾਨੂੰ ਜਿੰਦਾ ਰੱਖਿਆ। ਕਿਹੜਾ ਤੁਹਾਡਾ ਪਰਮੇਸ਼ਰ ਹੈ? ਮੈਂ ਕਿਹਾ ਸਾਡਾ ਪਰਮੇਸ਼ਰ ਯਿਸੂ ਮਸੀਹ ਹੈ। ਚਲੋ ਠੀਕ ਹੈ, ਫਿਰ ਤੁਸੀਂ ਆਪਣੇ ਯਿਸੂ ਨੂੰ ਹੀ ਬਣਾ ਲਓ। ਅਸੀਂ ਨੇ ਆਖਿਆ ਠੀਕ ਹੈ ਭੂਆ, ਚਾਹ ਪੀ ਕੇ ਵਗ ਜਾਓ। ਭੂਆ ਜੀ ਮੈਂ ਤਾਂ ਨਹੀਂ ਥੋੜੀ ਚਾਹ ਪੀਂਦੀ, ਕਹਿੰਦੀ। ਮੈਂ ਚਲ ਨਹੀਂ ਬੰਦੀ, ਫਿਰ ਜਾਓ। ਪਰਵਾਹ ਨਹੀਂ ਕੀਤੀ ਰਿਸ਼ਤੇਦਾਰਾਂ ਦੀ ਵੀ ਰੁੱਸ ਜਾਣਗੇ। 6 ਮਹੀਨਿਆਂ ਬਾਅਦ ਉਹੀ ਭੂਆ ਆਪਣੀ ਕੁੜੀ ਨੂੰ ਲੈ ਕੇ ਬੈਠੀ ਸੀ ਇਸ ਸੰਗਤ ਦੇ ਵਿੱਚ। ਹਾਲੇਲੂਇਆ, ਆਮੀਨ, ਹਾਲੇਲੂਇਆ। ਔਰ ਉਹ ਮੈਨੂੰ ਬੇਨਤੀ ਕਰਦੀ ਸੀ, ਦੇਖ ਉਹ ਤੇਨੇ ਲੋਕਾਂ ਨੂੰ ਠੀਕ ਕਰਤਾ, ਪਰਮੇਸ਼ਰ ਦੇ ਦੁਆਰਾ ਮੇਰੀ ਕੁੜੀ ਦਾ ਕੈਂਸਰ ਵੀ ਠੀਕ ਕਰ ਦੇ। ਮੈਂ ਕਿਹਾ ਭੂਆ ਪਹਿਲਾਂ ਬਾਂਦਰ ਵਰਗੀਆਂ ਬੁੱਥੀਆਂ ਕੱਢਣੀਆਂ ਪੈਣਗੀਆਂ, ਤਿਆਰ ਆ? ਹਾਲੇਲੂਇਆ। ਕੀ ਕੱਢਣੀਆਂ ਪੈਣਗੀਆਂ? ਕਿਉਂਕਿ ਉਹਨੇ 6 ਮਹੀਨੇ ਪਹਿਲਾਂ ਮੈਨੂੰ ਕਿਹਾ ਸੀ ਵੀ ਤੁਸੀਂ ਬਾਂਦਰ ਵਰਗੀਆਂ ਬੁੱਥੀਆਂ ਕੱਢ ਕੇ ਬੈਠੇ ਹੋ। ਉਹਨੂੰ ਪਤਾ ਨਹੀਂ ਸੀ ਸਾਡੇ ਪਰਮੇਸ਼ਰ 'ਚ ਕਿੰਨੀ ਪਾਵਰ ਹੈ। ਅੱਜ ਪਤਾ ਲੱਗਦਾ ਸਾਰੇ ਰਿਸ਼ਤੇਦਾਰਾਂ ਨੂੰ ਕਿ ਪਾਸਟਰ ਗੁਰਚਰਨ ਨੇ ਯਿਸੂ ਨੂੰ ਚੁਣਿਆ ਤੇ ਯਿਸੂ ਨੇ ਅੱਜ ਉਹਨੂੰ ਉੱਚਾ ਕੀਤਾ ਹੋਇਆ। ਹਾਲੇਲੂਇਆ, ਆਮੀਨ, ਹਾਲੇਲੂਇਆ। ਜਿਨ੍ਹਾਂ ਨੇ ਮਿੱਧਿਆ ਸੀ ਨਾ, ਅੱਜ ਉਹ ਗੁਰਚਰਨ ਦੇ ਪੈਰਾਂ ਦੇ ਥੱਲੇ ਹੱਥ ਰੱਖਣ ਨੂੰ ਤਿਆਰ ਨੇ ਕਿ ਤੇਰੇ ਕਿਤੇ ਪੈਰਾਂ ਨੂੰ ਮਿੱਟੀ ਨਾ ਲੱਗ ਜੇ। ਕਿਉਂ? ਕਿਉਂਕਿ ਅੱਜ ਯਿਸੂ ਮੇਰੇ ਨਾਲ ਹੈ। ਹਾਲੇਲੂਇਆ, ਆਮੀਨ, ਹਾਲੇਲੂਇਆ। ਮੇਰੇ ਪਿਆਰਿਓ, ਘਬਰਾਣਾ ਨਹੀਂ, ਡਰਨਾ ਨਹੀਂ ਕਿਸੇ ਤੋਂ। ਜਦੋਂ ਸੱਚ ਦਾ ਪ੍ਰਚਾਰ ਕਰੋਗੇ ਡੰਡੇ ਵੱਜਣਗੇ, ਸੱਚ ਦਾ ਪ੍ਰਚਾਰ ਕਰੋਗੇ ਬੋਲੀਆਂ ਵੱਜਣਗੀਆਂ, ਸੱਚ ਦਾ ਪ੍ਰਚਾਰ ਕਰੋਗੇ ਰਿਸ਼ਤੇਦਾਰ ਛੱਡਣਗੇ। ਪਰਵਾਹ ਨਾ ਕਰੋ ਕਿਸੇ ਰਿਸ਼ਤੇਦਾਰ ਦੀ, ਕੋਈ ਨਾਲ ਨਹੀਂ ਖੜਦਾ, ਲੇਕਿਨ ਇੱਕ ਨਾਲ ਖੜ ਜਾਂਦਾ ਜਿਹਦਾ ਨਾਮ ਯਿਸੂ ਮਸੀਹ। ਹਾਲੇਲੂਇਆ, ਹਾਲੇਲੂਇਆ। ਯਿਸੂ ਦੀ ਪਰਵਾਹ ਕਰਕੇ ਚੱਲੋਗੇ ਤਾਂ ਸਭ ਕੁਝ ਤੁਹਾਡੀ ਝੋਲੀ ਦੇ ਵਿੱਚ ਡੁੱਲਦਾ ਡੁੱਲਦਾ ਤੇ ਉਛਲਦਾ ਪਾਇਆ ਜਾਊਗਾ। ਵਚਨ ਦੱਸਦਾ, ਮੈਂ ਨਹੀਂ ਬੋਲਦਾ, ਵਚਨ ਬੋਲਦਾ। ਜੇ ਦੁਨੀਆ ਦੀ ਪਰਵਾਹ ਕਰੋਗੇ ਤਾਂ ਫਿਰ ਨਾ ਯਿਸੂ ਤੋਂ ਕੁਝ ਲੈ ਪਾਓਗੇ ਤੇ ਨਾ ਦੁਨੀਆ ਤੋਂ ਛਿੱਤਰ ਖਾਓਗੇ। ਕਿਉਂ? ਸਿਆਣੇ ਕਹਿੰਦੇ ਜਿਹੜੇ 2 ਬੇੜੀਆਂ 'ਚ ਪੈਰ ਰੱਖਦੇ ਨੇ ਉਹ ਕੀ ਹੋ ਜਾਂਦੇ ਨੇ? ਬੋਲੋ। ਬਥੇਰੇ ਭੈਣ ਭਰਾ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਬਿਮਾਰ ਨੇ, ਉਹ ਮੈਨੂੰ ਆ ਕੇ ਕਹਿੰਦੇ ਪਾਸਟਰ ਜੀ ਅਸੀਂ ਦੱਸ ਤਾਂ ਦਿੰਦੇ, ਸਾਡੇ ਗਾਲ ਪੈ ਜਾਣਗੇ ਵੀ ਤੂੰ ਤਾਂ ਮਰਿਆ ਸੀ, ਨਾਲ ਮੈਨੂੰ ਵੀ ਲੈਤਾ, ਮੁਸਲਮਾਨ ਬਣਾਤਾ। ਵੀ ਦੱਸ ਕਿੱਥੇ ਅਸੀਂ ਕਹਿੰਦੇ ਆ? ਇੱਥੋਂ ਤੱਕ ਵੀ ਤਵੇ ਲੱਗਦੇ ਨੇ ਸਾਡੇ ਤੇ ਵੀ, ਇਹ ਤਾਂ ਗਊ ਦਾ ਮਾਸ ਖਾਂਦੇ ਨੇ। ਮੈਨੂੰ ਦੱਸੋ ਤਾਂ ਸਹੀ, ਉਹ ਸ਼ੋਅ ਕਰੋ ਕਿੱਥੇ ਅਸੀਂ ਖਾਂਦੇ ਆ। ਬੇਬੁਨਿਆਦ ਚੱਕ ਕੇ ਆਰੋਪ ਲਗਾਈ ਜਾਣੇ। ਪਰਮੇਸ਼ਰ ਕਹਿੰਦਾ ਦੋਸ਼ ਨਾ ਲਗਾਓ ਤਾਂ ਕਿ ਤੁਹਾਡੇ ਤੇ ਦੋਸ਼ ਨਾ ਲੱਗਣਗੇ। ਜਿੰਨੇ ਦੋਸ਼ ਲੱਗਦੇ ਨੇ ਮਸੀਹ ਲੋਕਾਂ ਤੇ ਲੱਗਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਨੀਵੇਂ ਰਹਿਣਾ ਸਿਖਾਇਆ ਗਿਆ ਤੇ ਦੂਜੇ ਆਟੋਮੈਟਿਕ ਆਪਣੀ ਹਵਾ 'ਚ ਉੱਚੇ ਕੀਤੇ ਹੋਏ ਨੇ ਵੀ ਸਾਡੇ ਤੋਂ ਵੱਡਾ ਕੋਈ ਸਮਝਦਾਰ ਨਹੀਂ ਧਰਤੀ ਦੇ ਉੱਤੇ। ਅਸੀਂ ਬੇਵਕੂਫ ਆ? ਕੋਈ ਇੱਥੇ ਬੇਵਕੂਫ ਨਹੀਂ ਬੈਠਿਆ, ਤੁਸੀਂ ਹਜ਼ਾਰਾਂ ਦੀ ਗਿਣਤੀ 'ਚ ਬੈਠੇ ਹੋ। ਸਭ ਜਾਣਦੇ ਹੋ ਤੁਸੀਂ ਸੱਚ ਕੀ ਹੈ ਤੇ ਝੂਠ ਕੀ ਹੈ, ਪੁੰਨ ਕੀ ਹੈ ਤੇ ਪਾਪ ਕੀ ਹੈ। ਫਰਕ ਇੰਨਾ ਕਾ ਕਿ ਤੁਸੀਂ ਆਪਣਾ ਜੀਵਨ ਯਿਸੂ ਮਸੀਹ ਨੂੰ ਸੌਂਪ ਦਿੱਤਾ। ਮੇਰੇ ਪਿਆਰਿਓ, ਇਹ ਮਿਨਿਸਟਰੀ ਸੱਚ ਦਾ ਪ੍ਰਚਾਰ ਕਰਦੀ ਰਹੂਗੀ ਜਦੋਂ ਤੱਕ ਰਹੂਗੀ ਦੁਨੀਆ ਤੱਕ। ਹਾਲੇਲੂਇਆ, ਆਮੀਨ, ਹਾਲੇਲੂਇਆ। ਜਦੋਂ ਤੱਕ ਪਾਸਟਰ ਗੁਰਚਰਨ ਜ਼ਿੰਦਾ ਰਹਿਦਾ ਕਰੋੜਾਂ ਲੋਕਾਂ ਨੂੰ ਸਵਰਗ ਦੇ ਵਿੱਚ ਖੜੇ ਕਰ ਦਾਂਗੇ ਲੈ ਜਾ ਕੇ, ਔਰ ਉਹਨਾਂ ਚਿਰ ਮਰਨਾ ਵੀ ਨਹੀਂ ਅਸੀਂ। ਇਹ ਗੱਲ ਧਿਆਨ ਨਾਲ ਸੁਣ ਲਿਓ। ਗੁਰਚਰਨ ਦੇ ਨਾਲ ਜਿਹੜੇ ਖੜਨਗੇ ਉਹ ਸਿੱਧਾ ਸਵਰਗ ਦੇ ਵਿੱਚ ਖੜਨਗੇ, ਕਿਉਂਕਿ ਗੁਰਚਰਨ ਦੇ ਕੋਲ ਯਿਸੂ ਮਸੀਹ ਹੈ। ਆਮੀਨ, ਹਾਲੇਲੂਇਆ। ਯਿਸੂ ਦੀ ਪਾਵਰ ਹੈ। ਜਿਹਨੇ ਯਿਸੂ ਨੂੰ ਜਾਣ ਲਿਆ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਅਸੀਂ ਕਿਸੇ ਦੇ ਖਿਲਾਫ ਨਹੀਂ ਗੱਲ ਕਰਦੇ, ਉਹ ਵੀ ਸਾਡੇ ਭੈਣ ਭਰਾ ਨੇ। ਅਸੀਂ ਹਾਲਾਤਾਂ ਦੀ ਗੱਲ ਕਰਦੇ ਵੀ ਹਾਲਾਤ ਕਿਉਂ ਬਣਾ ਦਿੰਦੇ ਹੋ ਇਦਾਂ ਦੇ। ਅਸੀਂ ਕਿਸੇ ਦੀ ਖਿਲਾਫੀਅਤ ਨਹੀਂ ਕਰਦੇ, ਨਾ ਹੀ ਅਸੀਂ ਹਿੰਦੂਆਂ ਦੀ ਕਰੀਏ, ਨਾ ਹੀ ਅਸੀਂ ਸਿੱਖਾਂ ਦੀ ਕਰੀਏ, ਨਾ ਹੀ ਅਸੀਂ ਮੁਸਲਮਾਨਾਂ ਦੀ ਕਰੀਏ।
क्योंकि इंसान इंसान है। इंसान बनाया किने सी? परमेश्वर ने बनाया। उन्हें हिंदुओं ने भी बनाया, उन्हें सिखों को भी, उन्हें ईसाइयों को भी, उन्हें मुसलमानों को भी। ये बंडियां तो साडे विच ही पै गई ने आके। पर मेरी गल याद रखियो, ਅਸੀਂ ਹਾਲਾਤਾਂ ਦੀ ਗੱਲ ਕਰਦੇ ਹਾਂ ਵੀ ਉਹ ਹਾਲਾਤ ਨਾ ਬਣਾਇਆ ਕਰੋ ਜਿਹਦੇ ਨਾਲ ਮਾਹੌਲ ਖਰਾਬ ਹੁੰਦੇ ਨੇ। ਉਹ ਹਾਲਾਤ ਬਣਾਇਆ ਕਰੋ ਜਿਹਦੇ ਨਾਲ ਮਾਹੌਲ ਵਧੀਆ ਹੁੰਦੇ ਨੇ। ਜੇ ਤੁਸੀਂ ਮੈਸੇਜ ਦੇਣਾ ਆਪਣੇ ਪਰਮੇਸ਼ਰ ਨੂੰ ਉੱਚੇ ਕਰਨ ਦਾ, ਤਾਂ ਸ਼ਾਂਤੀ ਦਾ ਮੈਸੇਜ ਦੇਣਾ ਸ਼ੁਰੂ ਕਰ ਦਿਓ, ਤੁਸੀਂ ਆਪੇ ਉੱਚੇ ਕੀਤੇ ਜਾਓਗੇ ਯਿਸੂ ਦੇ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ। ਜੇ ਤੁਸੀਂ ਆਪਣੇ ਪਰਮੇਸ਼ਰ ਦੇ ਲਈ ਲੜ ਲੜ ਕੇ ਦਿਖਾਓਗੇ ਲੋਕਾਂ ਨੂੰ, तो फिर लोग कहेंगे तेरे परमेश्वर ने तेन यही सिखाया। जो बच्चा किसी नाल नजायज कुटमार करके आंदा सी, उहदे मां प्यो नूं फड़दे आ भी तेरे मां प्यो ने तेनू यही अकल दित्ती है भी तू साडे आके घरे एवें करे। बच्चे नूं नहीं कुछ कहंदे। हुण मैं उस भैन नूं कहना चाहुंदा हां भी तेरे परमेश्वर ने तेनू गर्दनां फड़नियां सिखाईआं ने। नीवीं हो जाओ, सिख लो रब तो कुछ, क्योंकि फल नीवें रुखां नूं लगदा, उच्चियां नूं नहीं लगदा। आमीन। ਜਿਹੜੇ ਨੀਵੇਂ ਹੋ ਜਾਣਗੇ ਉਹੀ ਕੁਝ ਨਾ ਕੁਝ ਖੱਟ ਲੈਣਗੇ, ਉਹੀ ਪਰਮੇਸ਼ਰ ਤੋਂ ਬਹੁਤ ਕੁਝ ਲੈ ਲੈਣਗੇ। ਔਰ ਜਿਹੜੇ ਆਪਣੇ ਆਪ ਨੂੰ ਉੱਚੇ ਕਰਨਗੇ ਉਹਨਾਂ ਵੱਲੇ ਕੁਝ ਵੀ ਨਹੀਂ ਰਹਿੰਦਾ। ਮੇਰੇ ਪਿਆਰਿਓ, ਯਿਸੂ ਮਸੀਹ ਧਰਤੀ ਉੱਤੇ ਤਾਂ ਆਏ ਕਿ ਉਹ ਸਾਨੂੰ ਆਜ਼ਾਦ ਕਰ ਸਕੇ। ਕਿਉਂ ਆਏ ਧਰਤੀ ਤੇ? ਸਾਨੂੰ ਆਜ਼ਾਦ ਕਰ ਸਕੇ। ਉਹ ਸਾਨੂੰ ਆਪਣੇ ਜਿਹਾ ਬਣਾ ਲਵੇ। ਯਿਸੂ ਮਸੀਹ ਕੀ ਕਹਿ ਰਿਹਾ? ਕਹਿੰਦਾ ਜਦੋਂ ਤੂੰ ਮੇਰੇ ਵਿੱਚ ਵਿਸ਼ਵਾਸ ਕਰੇਗਾ, ਕੀ ਕਰੇਗਾ? ਜਦੋਂ ਤੂੰ ਮੇਰੇ ਉੱਤੇ ਨਿਸ਼ਚਾ ਕਰ ਲੇਗਾ, ਫਿਰ ਮੈਂ ਤੇਰੇ ਵਿੱਚ ਰਹੂੰਗਾ ਤੇ ਤੂੰ ਮੇਰੇ ਵਿੱਚ ਰਹੇਗਾ। ਹਾਲੇਲੂਇਆ, ਹਾਲੇਲੂਇਆ। ਜਿਹਦੇ ਵਿੱਚ ਯਿਸੂ ਰਹਿੰਦਾ ਉਹ ਕਿਸੇ ਨੂੰ ਉੱਚੀ ਨਹੀਂ ਬੋਲਦੇ। ਕੀ ਨਹੀਂ ਬੋਲਦੇ? ਅੱਜ ਤੋਂ ਬਾਅਦ ਚਾਹੇ ਦੁਨੀਆ ਤੁਹਾਨੂੰ ਜੋ ਮਰਜ਼ੀ ਕਹਿ ਲੇ, ਤਾਂ ਪਾਸਟਰ ਤੋਂ ਜ਼ਰੂਰ ਸਿੱਖਿਆ ਲੈ ਲਿਓ ਜਿਹੜਾ ਹੱਸਦਾ ਹੱਸਦਾ ਥੱਪੜ ਖਾ ਰਿਹਾ ਸੀ। ਉਹ ਜਦੋਂ ਦੇ ਥੱਪੜ ਮਾਰਦੇ ਨੇ ਤਾਂ ਉਹ ਸਿੱਧਾ ਆਕਾਸ਼ ਦੇ ਵੱਲ ਦੇਖਦਾ। ਕਿਹਦੇ ਵੱਲ? ਆਕਾਸ਼ ਦੇ ਵੱਲ। ਔਰ ਉਹ ਆਤਮਾ ਦੇ ਵਿੱਚ ਕਹਿ ਰਿਹਾ ਕਿ ਪ੍ਰਭੂ ਇਹਨੂੰ ਮਾਫ ਕਰ ਦੇ, ਨਹੀਂ ਜਾਣਦੀ ਵੀ ਇਹ ਕੀ ਕਰ ਰਹੀ ਹੈ। ਹਾਲੇਲੂਇਆ, ਆਮੀਨ, ਹਾਲੇਲੂਇਆ। ਜਦੋਂ ਯਿਸੂ ਨੂੰ ਮਾਰਿਆ ਜਾ ਰਿਹਾ ਸੀ ਤਾਂ ਯਿਸੂ ਵੀ ਆਕਾਸ਼ ਦੇ ਵੱਲ ਦੇਖ ਕੇ ਕਹਿ ਰਿਹਾ ਸੀ, ਹੇ ਖੁਦਾ ਉਹ ਇਹਨਾਂ ਨੂੰ ਮਾਫ ਕਰ ਦੇ, ਇਹਨਾਂ ਨੂੰ ਨਹੀਂ ਪਤਾ ਵੀ ਇਹ ਕੀ ਕਰਦੇ ਨੇ, ਕਿਹਨੂੰ ਮਾਰ ਰਹੇ। मेरे प्यारों, घबराना नहीं किसी तो भी, डरना नहीं है किसी तो भी। जे डरना तो कि यीशु तो डरना। की करना? यीशु तो डरना। हालेलुया। सो कौन कौन डरनगे यीशु तो? हालातां तो घबराता नहीं जाते। अजे तो बहुत भैड़े हालात होणगे मसीह लोगों के, मेरी गल नूं याद रखियो। पर ਉਹੀ ਮਸੀਹ ਲੋਕ ਉੱਚੇ ਕੀਤੇ ਜਾਣਗੇ ਜਿਹੜੇ ਅੜੇ ਤੇ ਖੜੇ ਰਹਿਣਗੇ ਯਿਸੂ ਦੇ ਵਿੱਚ। ਹਾਲੇਲੂਇਆ, ਹਾਲੇਲੂਇਆ। ਕੀ ਚਾਹੁੰਦੇ ਤੁਸੀਂ ਉੱਚੇ ਹੋਣਾ? ਪਰਵਾਹ ਤਾਂ ਨਹੀਂ ਕਰਦੇ। ਯਿਸੂ ਨੇ ਉਦੋਂ ਵੀ ਪਰਵਾਹ ਨਹੀਂ ਕੀਤੀ ਸੀ ਜਦੋਂ ਉਹਦੇ ਛਾਂਟੇ ਲਾਏ ਜਾ ਰਹੇ ਸੀ। ਉਹ ਪਿੱਛੋਂ ਲਿਆਂਦੇ ਸੀ ਖਿੱਚ ਕੇ। ਉਹ ਜਦੋਂ ਮਾਰਦੇ ਸੀ ਢੂਹੀ ਤੇ ਤਾਂ 250 ਗ੍ਰਾਮ ਮਾਸ ਨੂੰ ਵੀ ਨਾਲ ਲੈ ਜਾਂਦਾ ਸੀ ਖਿੱਚ ਕੇ। ਉਹਨੇ ਉਦੋਂ ਵੀ ਪਰਵਾਹ ਨਹੀਂ ਕੀਤੀ। ਫਿਰ ਤਾਂ ਹੀ ਤਾਂ ਯਿਸੂ ਕਹਿੰਦਾ ਜਿਹੜਾ ਮੇਰੇ ਪਿੱਛੇ ਆਣਾ ਚਾਹੇ ਉਹ ਆਪਣੀ ਸਲੀਬ ਚੁੱਕ ਕੇ ਆਵੇ। ਜੇ ਲੋਕਾਂ ਨੇ ਮੈਨੂੰ ਨਹੀਂ ਬਖਸ਼ਿਆ ਤਾਂ ਬਖਸ਼ਦੇ ਤੁਹਾਨੂੰ ਤੇ ਮੈਨੂੰ ਵੀ ਨਹੀਂ, ਪਰ ਸੱਚ ਦਾ ਗਿਆਨ ਜ਼ਰੂਰ ਪ੍ਰਾਪਤ ਕਰ ਦਿਓ। ਵਚਨ 'ਚ ਲਿਖਿਆ ਕਹਿੰਦਾ ਜਿਹੜਾ ਮੇਰੇ ਪਿੱਛੇ ਆਪਣੇ ਸਰੀਰ ਨੂੰ ਵਿਗਾੜੇਗਾ ਉਹ ਇਹਨੂੰ ਉੱਚਾ ਕਰਕੇ ਰੱਖੇਗਾ। ਜਿਹੜਾ ਮੇਰੇ ਲਈ ਇਸ ਸਰੀਰ ਨੂੰ ਵਿਗਾੜੇਗਾ ਨਹੀਂ, ਉਹ ਕੱਲ ਵੀ ਬਰਬਾਦ ਸੀ ਤੇ ਅੱਜ ਵੀ ਬਰਬਾਦ ਹੈ। ਇਸ ਕਰਕੇ ਯਿਸੂ ਦੇ ਲਈ ਤੁਸੀਂ ਆਪਣੇ ਸਰੀਰਾਂ ਨੂੰ ਪਵਿੱਤਰ ਬਣਾ ਕੇ ਰੱਖਣਾ। ਖੋਲ੍ਹਿਆ ਕਰੋ ਦਰਵਾਜ਼ੇ ਘਰ ਜਾ ਕੇ ਆਪਣੇ ਮਨਾਂ ਦੇ ਕਿ ਪਿਤਾ ਆ ਮੇਰੇ ਅੰਦਰ ਵਾਸ ਕਰ। ਕੀ ਕਹਿਣਾ ਤੁਸੀਂ? ਆ ਮੇਰੇ ਅੰਦਰ ਵਾਸ ਕਰ। ਹਾਲੇਲੂਇਆ। जिन्हें भी ਸਾਨੂੰ ਇਸ ਟਾਈਮ ਲਾਈਵ ਦੇਖ ਰਹੇ ਨੇ, ਹਾਲੇਲੂਇਆ, ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਵਚਨ ਜਾ ਰਹੇ ਹਨ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ, ਜਿੰਨੇ ਵੀ ਭੈਣ ਭਰਾ ਸਾਨੂੰ ਅੱਜ ਲਾਈਵ ਦੇਖ ਰਹੇ ਨੇ, ਅੱਜ ਮੈਂ ਉਹਨਾਂ ਦੇ ਜੀਵਨਾਂ ਦੇ ਵਿੱਚ ਦਲੇਰੀ ਦਾ ਆਤਮਾ ਭੇਜਦਾ ਹਾਂ ਪ੍ਰਭੂ ਤੇਰੇ ਨਾਮ ਦੇ ਵਿੱਚ। ਕਿਉਂਕਿ ਤੇਰੇ ਵਚਨ 'ਚ ਲਿਖਿਆ ਹੈ ਤੇਰੇ ਵਿਰੁੱਧ ਹੀ ਨਾ ਹੋਏ ਜਾਏ ਨਾਸ਼ ਹੋ ਕੇ ਰਹਿ ਜਾਣਗੇ, ਪਰ ਘਬਰਾਣਾ ਤੇਰੇ ਸਿਰ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।
ਹਾਲੇਲੂਇਆ। ਪ੍ਰਭੂ ਤੂੰ ਸੱਚਮੁੱਚ ਉਹਨਾਂ ਦੇ ਬਾਲ ਵਿੰਗੇ ਨਹੀਂ ਹੋਣ ਦਿੰਦਾ ਜੋ ਤੇਰੇ ਨਾਲ ਰਹਿੰਦੇ ਨੇ ਹਰ ਟਾਈਮ। ਆਓ ਪਵਿੱਤਰ ਆਤਮਾ ਜੀ ਸੁਣਨ ਵਾਲੇ ਦੇ ਜੀਵਨਾਂ ਦੇ ਵਿੱਚ ਦਲੇਰੀ ਦਾ ਆਤਮਾ ਲੈ ਕੇ ਆਓ ਯਿਸੂ ਦੇ ਨਾਮ ਚ ਮੰਗਦੇ ਹਾਂ ਆਮੇਨ। ਗॉड ਬlesਸ ਯੂ। ਗॉड ਬlesਸ। ਰਿਪੀਟ ਕਰ ਦਿਓ। ਹੋਰ ਵੀਡੀਓ ਦੇਖਣ ਲਈ ਪਾਸਟਰ ਗੁਰਚਰਨ ਸਿੰਘ ਰੇਤਗੜ੍ਹ ਦੇ ਫੇਸਬੁੱਕ ਚੈਨਲ ਨੂੰ ਫੋਲੋ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਸੀਂ ਹਰ ਸਮੇਂ ਪਰਮੇਸ਼ਵਰ ਦੇ ਬਚਨਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣਾ ਦਸਵੰਧ ਆਫਰਿੰਗ ਚਰਚ ਬਿਲਡਿੰਗ ਲਈ ਡੋਨੇਸ਼ਨਸ ਇਹਨਾਂ ਬੈਂਕ ਅਕਾਊਂਟ ਜ਼ਰੀਏ ਸਾਡੇ ਕੋਲ ਭੇਜ ਸਕਦੇ ਹੋ। ਸਤਸੰਗ ਦਾ ਸਮਾਂ ਹਰ ਐਤਵਾਰ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਪਿੰਡ ਰੇਤਗੜ੍ਹ ਸਮਾਣਾ ਤੋਂ ਪਾਤਰਾ ਰੋਡ ਤੇ ਕੀਤਾ ਜਾਂਦਾ ਹੈ, ਜਿੱਥੇ ਸਾਰਿਆਂ ਦੀ ਸੁਖ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਜੈਮਸੀ।